ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਰਜਿੰਦਰ ਸਿੰਘ, ਸਟੇਟ ਮੀਡੀਆ ਕੋਆਰਡੀਨੇਟਰ, ਸਕੂਲ ਐਜੂਕੇਸ਼ਨ ਡਿਪਾਰਟਮੈਂਟ ਤੋਂ ਤੁਹਾਡਾ ਸਭ ਦਾ ਸਵਾਗਤ ਕਰਦਾ, ਖਾਸ ਕਰਕੇ ਸਾਡੇ ਬੱਚਿਆਂ ਦਾ ਅਤੇ ਉਹਨਾਂ ਦੇ ਅਧਿਆਪਕਾਂ ਦਾ। ਅੱਜ ਅਸੀਂ ਬਹੁਤ ਹੀ ਪਿਆਰਾ ਵਿਸ਼ਾ ਲੈ ਕੇ ਤੁਹਾਡੇ ਸਾਹਮਣੇ ਆਏ ਹਾਂ ਅਤੇ ਸਾਡੇ ਨਾਲ ਸਾਡੇ ਬਹੁਤ ਹੀ ਵਧੀਆ ਅਤੇ ਮਿਹਨਤੀ ਅਧਿਆਪਕ ਡਾਕਟਰ ਜਸਵਿੰਦਰ ਸਿੰਘ ਜੀ, ਲੈਕਚਰਰ ਫਿਜ਼ਿਕਸ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਲਿਆਣ ਤੋਂ, ਜਿਨ੍ਹਾਂ ਦੀ ਆਵਾਜ਼ ਬਹੁਤ ਮਿੱਠੀ ਹੈ, ਵਿਚਾਰ ਬਹੁਤ ਉੱਚੇ ਅਤੇ ਨੇਕ ਹਨ। ਅਤੇ ਉਹਨਾਂ ਨੇ ਸਾਨੂੰ ਅੱਜ ਬਹੁਤ ਹੀ ਵਧੀਆ ਟੌਪਿਕ ਦੇ ਉੱਪਰ ਕੁਝ ਵਿਚਾਰ ਅਤੇ ਆਪਣੇ ਜਿਹੜੀ ਗੱਲਾਂ 'ਤੇ ਚਾਨਣਾ ਪਾਉਣਾ ਹੈ। ਕਹਿੰਦੇ ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ। ਪਵਨ, ਪਾਣੀ ਅਤੇ ਧਰਤੀ ਮਾਤਾ, ਇਹਨਾਂ ਦੀ ਸਾਂਭ ਸੰਭਾਲ, ਇਹਨਾਂ ਦੇ ਜ਼ਿੰਦਗੀ ਦੇ ਵਿੱਚ ਸਾਡੇ ਮਹੱਤਵ, ਅਤੇ ਇਸ ਦੇ ਲਈ ਕੀ ਅਸੀਂ ਇੱਕ ਇਨਸਾਨ ਹੋਣ ਦੇ ਨਾਤੇ, ਇੱਕ ਬੱਚੇ ਹੋਣ ਦੇ ਨਾਤੇ, ਅਧਿਆਪਕ ਹੋਣ ਦੇ ਨਾਤੇ ਕੀ ਕਰ ਸਕਦੇ ਹਾਂ, ਉਹਦੇ ਬਾਰੇ ਆਪਾਂ ਇਹਨਾਂ ਤੋਂ ਜਾਣਕਾਰੀ ਲੈਣਾ ਚਾਹਾਂਗੇ। ਡਾਕਟਰ ਸਾਹਿਬ, ਅੱਜ ਕੱਲ੍ਹ ਬਹੁਤ ਹੀ ਭਖਵਾਂ ਮੁੱਦਾ ਚੱਲ ਰਿਹਾ ਹੈ ਖੇਤਾਂ ਦੇ ਵਿੱਚ ਜਿਹੜੀ ਪਰਾਲੀ ਦਾ ਸਾੜਨ ਦਾ, ਅਤੇ ਪੰਜਾਬ ਸਰਕਾਰ ਵੀ ਇਸ ਦੇ ਪ੍ਰਤੀ ਲਗਾਤਾਰ ਵੱਖ-ਵੱਖ ਢੰਗਾਂ ਰਾਹੀਂ ਜਾਗਰੂਕ ਕਰਦੀ ਜਾ ਰਹੀ ਹੈ। ਅਤੇ ਆਪਾਂ ਨੂੰ ਇੱਕ ਬਹੁਤ ਵਧੀਆ ਮੌਕਾ ਮਿਲਿਆ ਐਜੂਸੈਟ ਰਾਹੀਂ ਬੱਚਿਆਂ ਨਾਲ, ਅਧਿਆਪਕਾਂ ਨਾਲ ਅਤੇ ਬੱਚਿਆਂ ਰਾਹੀਂ ਉਹਨਾਂ ਦੇ ਮਾਪਿਆਂ ਨਾਲ ਗੱਲਾਂ ਕਰਨ ਦਾ, ਵੀ ਪਰਾਲੀ ਜਿਹੜੀ ਸਾੜਨ ਨਾਲ ਸਾਡੇ ਵਾਤਾਵਰਨ 'ਤੇ, ਸਾਡੀ ਮਨੁੱਖੀ ਸਿਹਤ 'ਤੇ, ਸਾਡੀ ਮਿੱਟੀ ਦੀ ਉਪਜਾਊ ਸ਼ਕਤੀ 'ਤੇ ਕਿੰਨੇ ਕੁਪ੍ਰਭਾਵ ਪੈਂਦੇ ਹੈ, ਉਹਦੇ ਬਾਰੇ ਸਾਨੂੰ ਜ਼ਰੂਰ ਜਾਣਕਾਰੀ ਦਿਓ। ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਜਿਹੜਾ ਰਜਿੰਦਰ ਜੀ ਤੁਸੀਂ ਗੱਲ ਕੀਤੀ ਹੈ ਪਰਾਲੀ ਸਾੜਨ ਨਾਲ ਜੋ ਸਾਡੇ ਉੱਤੇ ਇਸ ਤਰ੍ਹਾਂ ਦੇ ਪ੍ਰਭਾਵ ਪੈ ਰਹੇ ਆ ਜਿਹੜੇ ਕਿ ਸਾਡੇ ਲਈ ਚੰਗੇ ਨਹੀਂ ਹੈਗੇ। ਵਾਤਾਵਰਨ ਹੈ ਸਾਡਾ ਖਰਾਬ ਹੋ ਰਿਹਾ, ਮਨੁੱਖ ਦੀ ਸਿਹਤ ਦੇਖੋ ਕਿੱਥੇ ਪਹੁੰਚ ਗਈ ਹੋਈ ਅੱਜ, ਔਰ ਜਿਹੜੀ ਮਿੱਟੀ ਦੀ ਉਪਜਾਊ ਸ਼ਕਤੀ ਹੈ ਉਸ 'ਤੇ ਕਿੰਨਾ ਨੁਕਸਾਨ ਹੋ ਰਿਹਾ। ਅੱਜ ਆਪਾਂ ਇਸ ਦੇ ਨਾਲ ਗੱਲਾਂ ਕਰਾਂਗੇ ਕਿ ਇੱਕ ਆਮ ਜੀ ਧਾਰਨਾ ਹੈ ਵੀ ਝੋਨੇ ਤੋਂ ਬਾਅਦ ਵਢਾਈ ਹੋ ਗਈ, ਕਣਕ ਤੋਂ ਬਾਅਦ ਵਢਾਈ ਹੋ ਗਈ, ਪਰਾਲੀ ਬਣ ਗਈ, ਨਾੜ ਬਣ ਗਿਆ, ਉਸ ਨੂੰ ਜਿਹੜਾ ਸਾੜਨ ਦੀ ਪ੍ਰਕਿਰਿਆ ਉਹ ਬੜੇ ਜ਼ੋਰਾਂ ਸ਼ੋਰਾਂ ਨਾਲ ਚੱਲਦੀ ਹੈ। ਪਿੱਛੇ ਜੇ ਆਪਾਂ ਜਦੋਂ ਆਹ ਗੱਲਾਂ ਬਾਤਾਂ ਸੁਣਦੇ ਸੀਗੇ ਅਤੇ NCR ਰੀਜਨ ਹੈ ਜਿਹੜਾ ਸਾਡਾ ਨੈਸ਼ਨਲ ਕੈਪੀਟਲ ਰੀਜਨ, ਅਤੇ ਉੱਥੋਂ ਬੜੀਆਂ ਆਵਾਜ਼ਾਂ ਆਈਆਂ ਕਿ ਇਹ ਜਿਹੜਾ ਹੈਗਾ ਧੂੰਆਂ ਜਿਹੜਾ ਹੈਗਾ ਬਹੁਤ ਜ਼ਿਆਦਾ ਘਾਤਕ ਸਿੱਧ ਹੋ ਰਿਹਾ, ਔਰ ਇਹ ਸਾਡੀ ਜਿਹੜੀ ਮਨੁੱਖੀ ਸਿਹਤ ਹੈ ਇਹਨੂੰ ਬਰਬਾਦ ਕਰ ਰਿਹਾ। ਤੋ ਮੈਂ ਧੰਨਵਾਦੀ ਹਾਂ ਸਾਡੇ ਡਾਇਰੈਕਟਰ SCRT ਸਰਦਾਰ ਡਾਕਟਰ ਮਨਿੰਦਰ ਸਿੰਘ ਸਰਕਾਰੀਆ ਜੀ, ਸਾਡੇ ਸੈਕਟਰੀ ਐਜੂਕੇਸ਼ਨ ਅੱਜ ਕੱਲ੍ਹ ਸ਼੍ਰੀ ਪ੍ਰਦੀਪ ਕੁਮਾਰ ਅਗਰਵਾਲ ਜੀ, ਜਿਹੜੇ ਕਿ ਇਹ ਜਿਹੇ ਉਪਰਾਲਿਆਂ ਨੂੰ ਬੱਚਿਆਂ ਤੱਕ ਪਹੁੰਚਾਉਣ ਦੇ ਲਈ ਹਰ ਵੇਲੇ ਸੁਹਿਰਦ ਰਹਿੰਦੇ ਆ। ਤਾਂ ਜਿਹੜੀ ਪਰਾਲੀ ਹੈ ਨਾ, ਉਸ ਨੂੰ ਸਾੜਨ ਦੇ ਨਾਲ ਜਿਹੜਾ ਵਾਤਾਵਰਨ ਹੈ, ਤੁਸੀਂ ਇੱਕ ਫੋਟੋ ਦੇ ਵਿੱਚ ਸਾਹਮਣੇ ਤੁਸੀਂ ਦੇਖ ਰਹੇ ਹੋ ਕਿ ਜਦੋਂ ਅੱਗ ਲੱਗੀ ਹੈ ਨਾ ਜੀ ਕਿਸੇ ਚੀਜ਼ ਨੂੰ, ਤਾਂ ਉੱਥੇ ਦੇਖੋ ਇੱਕ ਤਾਂ ਅੱਗ ਦੇ ਵਿੱਚੋਂ ਗਰਮੀ ਨਿਕਲ ਰਹੀ ਹੈ। ਸਹੀ ਗੱਲ ਹੈ। ਇੱਕ ਉਹ ਧੂੰਆਂ ਜਿਹੜਾ ਹੈਗਾ ਚਿੱਟੇ ਰੰਗ ਦਾ ਧੂੰਆਂ ਜਿਹੜਾ ਹੈ ਕਿੰਨਾ ਡੈਂਸ ਹੈ। ਉਹ ਜੇ ਮੈਂ ਕਹਿੰਦਾ ਉਹਦੇ ਵਿੱਚ ਆਪਾਂ ਕਿਸੇ ਚੀਜ਼ ਨੂੰ ਵੀ ਖੜਾ ਦਈਏ ਨਾ, ਤਾਂ ਮੇਰੇ ਖਿਆਲ ਦੇ ਮੁਤਾਬਕ ਉਸ ਜੇ ਜੀਵ ਹੈ ਉਹਨੂੰ ਸਾਹ ਲੈਣਾ ਔਖਾ ਹੋ ਜਾਊਗਾ। ਅਤੇ ਫਿਰ ਤੁਸੀਂ ਥੱਲੜਾ ਹਿੱਸਾ ਦੇਖ ਰਹੇ ਹੋ ਜਿਹੜਾ ਕਿ ਕਾਲਾ ਹੋਇਆ ਪਿਆ, ਕਿਉਂਕਿ ਇਹ ਕਾਰਬਨ ਹੈ ਜਿਹੜੀ ਸਾਡੀ, ਇਹ ਜਲਣ ਤੋਂ ਬਾਅਦ ਇਹ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੰਦੀ ਹੈ। ਅਤੇ ਇਹ ਧੂਏ ਦੇ ਵਿੱਚ ਕੀ ਹੈ ਸਾਡੇ ਕੋਲ? ਕਾਰਬਨ ਡਾਈਆਕਸਾਈਡ ਹੈ। ਅਤੇ ਕਾਰਬਨ ਡਾਈਆਕਸਾਈਡ ਹੈ ਜਿਹੜੀ ਉਹ ਸਾਡੇ ਲਈ ਵੈਸੇ ਹੀ ਘਾਤਕ ਹੈ। ਪਰ ਇੱਥੇ ਅਸੀਂ ਵਿਗਿਆਨ ਦੇ ਵਿੱਚ ਇਹ ਵੀ ਪੜ੍ਹਾ ਦਿੰਦੇ ਹਾਂ ਵੀ ਕਾਰਬਨ ਡਾਈਆਕਸਾਈਡ ਤੋਂ ਫਿਰ ਕਾਰਬਨ ਮੋਨੋਆਕਸਾਈਡ ਕਿਵੇਂ ਕਨਵਰਟ ਹੋ ਜਾਂਦੀ ਹੈ, ਕਿ ਜਿਹੜੀ ਜਦੋਂ ਆਕਸੀਜਨ ਦੀ ਮਾਤਰਾ ਘੱਟ ਹੋ ਜੂਗੀ ਨਾ ਜੀ, ਅਤੇ ਕਾਰਬਨ ਅਤੇ ਆਕਸੀਜਨ ਕਿਰਿਆ ਕਰਦੇ ਆ, ਅਤੇ ਘੱਟ ਮਾਤਰਾ 'ਚ ਆਕਸੀਜਨ ਮਿਲੇ ਤਾਂ ਕਾਰਬਨ ਮੋਨੋਆਕਸਾਈਡ ਬਣਦੀ ਹੈ, ਜੇ ਜ਼ਿਆਦਾ ਮਾਤਰਾ 'ਚ ਹੋਵੇ ਆਕਸੀਜਨ ਤਾਂ ਕਾਰਬਨ ਡਾਈਆਕਸਾਈਡ ਬਣਦੀ ਹੈ। ਪਰ ਜਿਹੜੀ ਕਾਰਬਨ ਮੋਨੋਆਕਸਾਈਡ ਹੈ 100 ਗੁਣਾ ਜ਼ਿਆਦਾ ਮਤਲਬ ਘਾਤਕ ਮੰਨੀ ਗਈ ਹੈ ਕਾਰਬਨ ਡਾਈਆਕਸਾਈਡ ਨਾਲ। ਹੁਣ ਜੇ ਇਮੀਡੀਏਟਲੀ ਸਾਡੇ ਮਤਲਬ ਇਸ ਰੋਸ਼ਨ ਦਿਮਾਗ ਦੇ ਵਿੱਚ ਜਿਹਦੇ ਨਾਲ ਆਪਣਾ ਸਾਰਾ ਸਿਸਟਮ ਚੱਲਣਾ, ਅਤੇ ਉਹਦੇ ਵਿੱਚ ਜੇ ਇਹ ਘਰ ਕਰ ਜੂਗੀ ਸਾਡੀ ਕਾਰਬਨ ਮੋਨੋਆਕਸਾਈਡ, ਤਾਂ ਮੌਤ ਦਾ ਕਾਰਨ ਬਣ ਸਕਦੀ ਹੈ। ਤਾਂ ਇਸ ਕਰਕੇ ਸਾਨੂੰ ਇਸ ਦੇ ਬਾਰੇ ਸੋਚਣਾ ਪਊਗਾ। ਦੇਖੋ ਕਿੰਨਾ ਹਰਾ ਭਰਾ ਇਹ ਖੇਤ ਦਿਖ ਰਿਹਾ, ਅਤੇ ਹੁਣੇ ਅਸੀਂ ਦੇਖ ਰਹੇ ਸੀਗੇ ਵੀ ਇਸ 'ਤੇ ਵਢਾਈ ਤੋਂ ਬਾਅਦ ਕੀ ਹਾਲਾਤ ਸੀਗੇ ਸਾਡੇ ਕੋਲ। ਤੁਸੀਂ ਜਰਾ ਇਸ ਫੋਟੋ ਨੂੰ ਜੇ ਆਪਾਂ ਕੰਪੇਅਰ ਕਰੀਏ ਨਾ ਜੀ, ਤਾਂ ਤੁਸੀਂ ਦੇਖ ਸਕਦੇ ਹੋ ਕਿ ਕੀ ਸੀਨ ਹੈ ਸਾਡੇ ਕੋਲ। ਇੱਕ ਤਾਂ ਕੁਦਰਤ ਤੋਂ ਅਸੀਂ ਅਨਾਜ ਲਿਆ, ਉਸ ਤੋਂ ਬਾਅਦ ਉਸ ਕੁਦਰਤ ਨੂੰ ਅਸੀਂ ਵਿਨਾਸ਼ 'ਚ ਭੇਜ। ਬਿਲਕੁਲ ਬਿਲਕੁਲ, ਉਹ ਵੀ ਆਪਣੀ ਸਹੂਲਤ ਦੇ ਲਈ, ਆਪਣੀ ਸਹੂਲਤ ਦੇ ਲਈ ਵੀ ਆਪਾਂ ਉਹਨਾਂ ਦਿਨਾਂ ਨੂੰ ਮਤਲਬ ਘੱਟ ਕਰਕੇ ਤੇ ਛੇਤੀ ਦੇ ਨਾਲ ਜਿਹੜੀ ਅੱਗੇ ਬਿਜਾਈ ਦਾ ਕੰਮ ਜਿਹੜਾ ਸ਼ੁਰੂ ਕਰ ਲਈਏ। ਇਹ ਪੰਜਾਬ, ਹਰਿਆਣਾ, ਯੂਪੀ ਮੈਦਾਨੀ ਖੇਤਰ ਹੈ ਜਿੱਥੇ ਜੀ, ਇਸ ਲਈ ਇਹ ਸਾਰਾ ਜਿਹੜਾ ਪਰਾਲੀ ਸਾੜਨ ਦਾ ਅਭਿਆਸ ਹੈ ਇਹ ਜਾਰੀ ਹੈ, ਅੱਜ ਵੀ ਜਾਰੀ ਹੈ। ਇਹ ਮਿੱਟੀ ਦੀ ਸਤ੍ਹਾ ਤੋਂ ਛੱਡੇ ਪੌਦਿਆਂ ਦੀ ਤੂੜੀ ਹੈ ਇੱਕ ਤਰ੍ਹਾਂ ਦੀ।
ਇਹਦਾ ਕੰਮ ਹੈ ਜਿਹੜਾ ਸਤੰਬਰ ਤੋਂ ਨਵੰਬਰ, ਆ ਦੇਖੋ ਹੁਣ ਠੰਡ ਹੋਣੀ ਸ਼ੁਰੂ ਹੋ ਗਈ ਹੋਈ ਹੈ, ਮੌਸਮ ਬਦਲਿਆ, ਮੀਂਹ ਪਏ, ਹੁਣ ਇਹ ਜਿਹੜੀ ਠੰਡ ਹੈ ਨਾ ਜੀ, ਤੇ ਇਸ ਦੇ ਨਾਲ ਫਿਰ ਅੱਗੇ ਜਾ ਕੇ ਸਾਨੂੰ ਜਿਵੇਂ ਜਿਵੇਂ ਇਸ ਦੇ ਵਿੱਚ ਮੋਇਸਚਰ ਵਧੀ ਜਾਣਾ, ਇਹ ਧੂਏ ਦੇ ਨਾਲ ਉਹਨੇ ਮਿਲੀ ਜਾਣਾ, ਤਾਂ ਉਸ ਨੇ ਨੀਚੇ ਹੀ ਰਹਿਣਾ, ਧਰਤੀ ਦੀ ਸਤ੍ਹਾ ਤੇ ਹੀ ਰਹਿਣਾ। ਤਾਂ ਹੁਣ ਦੇਖੋ ਆਪਾਂ ਗੱਲ ਕਰਦੇ ਹਾਂ ਵੀ ਇੱਕ ਸਾਡੇ ਕੋਲ ਲੈਂਡ ਹੈ, ਇੱਕ ਸੋਇਲ ਹੈ। ਹੁਣ ਜਿਹੜੀ ਸਾਡੀ ਸੋਇਲ ਹੈ ਉਹਦੇ 'ਚ ਨਿਊਟਰੀਐਂਟਸ ਹੈ। ਹੁਣ ਜਦੋਂ ਉਸ ਨੂੰ ਅਸੀਂ ਸਾੜ ਕੇ ਉਹਦੇ ਨਿਊਟਰੀਐਂਟਸ ਨੂੰ ਸਾੜ ਰਹੇ ਹਾਂ ਅਸਲ ਦੇ ਵਿੱਚ ਅਸੀਂ, ਉੱਥੇ ਸਾਡਾ ਕੰਮ ਜਿਹੜਾ ਖਰਾਬ ਹੋ ਰਿਹਾ। ਫਿਰ ਉਸ ਤੋਂ ਬਾਅਦ ਉਨੀਆਂ ਹੀ ਅਸੀਂ ਖਾਦਾਂ ਪਾ ਕੇ ਫਿਰ ਉਹਨੂੰ ਅੱਗੇ ਲਿਆਉਣਾ ਚਾਹੁੰਦੇ ਹਾਂ। ਤਾਂ ਹੁਣ ਇਸ ਕਰਕੇ ਸਾਨੂੰ ਇਹਦੇ ਨਾਲ ਜਿਹੜਾ ਹਵਾ ਦਾ ਪ੍ਰਦੂਸ਼ਣ ਹੋ ਰਿਹਾ, ਤੁਸੀਂ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਿ ਜਿਹੜਾ ਬੰਦਾ ਉਸ ਨੂੰ ਅੱਗ ਲਗਾ ਰਿਹਾ ਉਹਦਾ ਹਾਲ ਦੇਖੋ ਇਸ ਵੇਲੇ ਕੀ ਹੈ, ਫੋਟੋ ਦੇ ਵਿੱਚ ਆਪਾਂ ਨੂੰ ਨਜ਼ਰ ਆ ਰਿਹਾ ਕਿ ਕਿੰਨਾ ਮੁਸ਼ਕਲ ਮਹਿਸੂਸ ਕਰਦਾ ਹੋਏਗਾ। ਔਰ ਸਕੂਟਰ ਤੇ ਜਾਣ ਵਾਲਾ ਵਿਅਕਤੀ ਜੇ ਇਸ ਕਿਸੇ ਧੂਏ ਦੇ ਵਿੱਚ ਫਸ ਗਿਆ ਤਾਂ ਐਕਸੀਡੈਂਟ ਤੋਂ ਬਿਨਾਂ ਹੋਰ ਕੁਝ ਨਹੀਂ ਹੋ ਸਕਦਾ, ਤੇ ਇਸ ਧੂਏ ਦੇ ਵਿੱਚ ਆਉਣ ਵਾਲੇ ਅਗਲੇ ਵਹੀਕਲਸ ਦਿਖਣੇ ਹੀ ਨਹੀਂ ਹੈ ਸਾਨੂੰ, ਤੇ ਟੱਕਰ ਹੋ ਸਕਦੀ ਹੈ। ਕਿੰਨਾ ਨੁਕਸਾਨ ਹੋ ਰਿਹਾ ਸਾਡਾ ਇਸ ਚੀਜ਼ ਤੇ, ਆਪਾਂ ਨੂੰ ਇਹ ਸੋਚਣਾ ਪਊਗਾ। ਤੇ ਇਹ ਕਾਰਬਨ ਮੋਨੋਆਕਸਾਈਡ ਹੈ ਜਿਹੜੀ ਸਾਡੇ ਕੋਲ, ਮੀਥੇਨ, ਕਾਰਸੀਨੋਜੈਨਿਕ ਪੋਲੀਸਾਈਕਲਿਕ ਐਰੋਮੈਟਿਕ ਹਾਈਡਰੋਕਾਰਬਨ, ਅਸਥਿਰ ਜੈਵਿਕ ਮਿਸ਼ਰਣ ਵਰਗੀਆਂ ਹਾਨੀਕਾਰਕ ਗੈਸਾਂ, ਜ਼ਹਿਰੀਲੇ ਪ੍ਰਦੂਸ਼ਕ ਜਿਹੜੇ ਨਿਕਲਦੇ ਆ, ਇਹ ਸਾਰੇ ਦੇ ਸਾਰੀਆਂ ਚੀਜ਼ਾਂ ਇਹ ਵਿਗਿਆਨੀ ਸਾਨੂੰ ਦੱਸ ਰਹੇ ਆ। ਇਹ ਧੂਏ ਨੇ ਬੋਲ ਕੇ ਨਹੀਂ ਦੱਸਣਾ ਵੀ ਮੇਰੇ ਵਿੱਚ ਕਾਰਬਨ ਡਾਈਆਕਸਾਈਡ ਹੈ, ਮੇਰੇ ਵਿੱਚ ਕਾਰਬਨ ਮੋਨੋਆਕਸਾਈਡ ਹੈ ਤੇ ਤੁਸੀਂ ਹੁਣ ਬਚ ਕੇ ਰਹੋ। ਇਹ ਸਾਡੇ ਵਿਗਿਆਨੀਆਂ ਨੇ ਵਿਗਿਆਨ ਦੇ ਰਾਹੀਂ ਸਾਨੂੰ ਇਹ ਦੱਸ ਦੇਣਾ ਵੀ ਆਹ ਚੀਜ਼ਾਂ ਜਿਹੜੀਆਂ ਤੁਹਾਡੀ ਸਿਹਤ ਲਈ ਖਤਰਨਾਕ ਹੈ, ਜੇ ਇਹਨਾਂ ਦੀ ਮਾਤਰਾ ਵੱਧ ਗਈ ਤਾਂ ਤੁਸੀਂ ਆਪਣਾ ਅੰਦਾਜ਼ਾ ਲਗਾ ਲਓ ਵੀ ਤੁਹਾਡੇ ਅੰਦਰ ਜਿਹੜੀ ਆਕਸੀਜਨ ਦੀ ਮਾਤਰਾ ਘਟ ਜੂਗੀ। ਜੇ ਆਕਸੀਜਨ ਦੀ ਮਾਤਰਾ ਘਟ ਗਈ ਸਾਡਾ ਬ੍ਰੇਨ ਡੈੱਡ ਹੋਣਾ ਸ਼ੁਰੂ ਹੋ ਜਾਂਦਾ। ਜੇ 1 ਮਿੰਟ ਦੇ ਲਈ ਸਾਡੇ ਬ੍ਰੇਨ ਨੂੰ ਆਕਸੀਜਨ ਨਾ ਮਿਲੇ ਰਜਿੰਦਰ ਜੀ, ਤਾਂ ਸਾਡੇ ਕੋਲ ਬੇਹੋਸ਼ੀ ਦੀ ਹਾਲਤ ਤਿਆਰ ਹੋ ਜਾਂਦੀ। ਤਾਂ ਇਸ ਕਰਕੇ ਜਿਹੜਾ ਇਹ ਬਹੁਤ ਜ਼ਿਆਦਾ ਅਸੀਂ ਇਸ ਨੂੰ ਜਾਗਰੂਕਤਾ ਵਾਲੇ ਪਾਸੇ ਲੈ ਰਹੇ ਹਾਂ। ਸਾਡੀ ਪੰਜਾਬ ਸਰਕਾਰ ਉਤਾਵਲੀ ਹੈ ਇਸ ਗੱਲ ਦੇ ਲਈ ਕਿ ਅਸੀਂ ਇਹ ਚੀਜ਼ਾਂ ਕਿਉਂ ਨਹੀਂ ਲੋਕਾਂ ਤੱਕ ਪਹੁੰਚਾ ਰਹੇ। ਜੇ ਪਹੁੰਚਾ ਰਹੇ ਹਾਂ ਤਾਂ ਲੋਕ ਕਿਉਂ ਨਹੀਂ ਸਮਝ ਰਹੇ? ਜੇ ਲੋਕ ਸਮਝ ਰਹੇ ਆ ਤਾਂ ਫਿਰ ਇਹ ਕਿਉਂ ਹੋ ਰਿਹਾ ਸਾਰਾ ਕੁਝ? ਗੱਲ ਤਾਂ ਇੱਥੇ ਆਉਂਦੀ ਹੈ ਨਾ। ਹੁਣ ਗੱਲ ਇਹ ਹੈ ਵੀ ਇਹ ਜਿਹੜਾ ਰੈਜ਼ੀਡਿਊ ਬਰਨ ਹੁੰਦਾ ਉਹਦੇ ਨਾਲ ਸਭ ਤੋਂ ਪਹਿਲਾਂ ਦੇਖੋ ਤੀਰ ਉੱਪਰ ਚਲਾ ਗਿਆ ਗਲੋਬਲ ਵਾਰਮਿੰਗ। ਗਲੋਬਲ ਵਾਰਮਿੰਗ ਕੀ ਹੈ ਜੀ? ਸਾਡਾ ਆਲਾ ਦੁਆਲਾ ਜਿਹੜਾ ਉਹ ਗਰਮ ਹੁੰਦਾ ਜਾਂਦਾ, ਉਹਦਾ ਤਾਪਮਾਨ ਵੱਧ ਜਾਂਦਾ। ਦੇਖੋ ਕਿਤੇ ਅਸੀਂ 45 46 ਦੀਆਂ ਗੱਲਾਂ ਕਰਦੇ ਸੀ, ਅੱਜ 48 49 ਤੇ ਪਹੁੰਚੇ ਹੋਏ ਆ, ਤੇ ਮੈਕਸਿਮਮ ਰੇਂਜ ਹੈ ਜਿਹੜੀ ਸਾਡੀ 50 ਹੈ। ਤੇ ਜੇ ਕਿਤੇ 50 ਵੀ ਕ੍ਰਾਸ ਕਰ ਜੇ ਤਾਂ ਤੁਸੀਂ ਦੇਖੋ ਵੀ ਇਸ ਚਮੜੀ ਦੀ ਹਾਲਤ ਕੀ ਹੋ ਜੂਗੀ। ਇਹ ਚਮੜੀ ਮਤਲਬ ਵੀ ਸੂਰਜ ਦੀ ਗਰਮੀ ਦੇ ਨਾਲ ਹੀ ਸੜ ਜੂਗੀ, ਅੱਗ ਲਾਉਣ ਦੀ ਤਾਂ ਲੋੜ ਹੀ ਨਹੀਂ ਪੈਣੀ। ਤਾਂ ਹੁਣ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਵੀ ਇਹ ਗ੍ਰੀਨ ਹਾਊਸ ਗੈਸਾਂ ਦਾ ਐਮਿਸ਼ਨ ਇਹਦੇ ਵਿੱਚੋਂ ਹੋਣਾ, ਜਿਹੜਾ ਇੱਕ ਕਾਲਾ ਪਦਾਰਥ ਹੈ ਜਿਹੜਾ ਵਾਤਾਵਰਨ ਦੇ ਵਿੱਚ ਜਾ ਰਿਹਾ। ਹੁਣ ਜਿਹੜੇ ਇਕੱਲੇ ਹਿਊਮਨ ਹੈਲਥ ਹੀ ਨਾ ਕਹੀਏ ਆਪਾਂ, ਐਨੀਮਲਸ, ਬਰਡਸ, ਇਹਨਾਂ ਦੀ ਵੀ ਹੈਲਥ ਹੈ। ਸਾਡੇ ਤਾਂ ਫੇਰ ਵੀ ਰਜਿੰਦਰ ਜੀ ਡਾਕਟਰ ਹੈਗੇ ਆ, ਪਰ ਇਹਨਾਂ ਦੇ ਜਿਹੜੇ ਦੇਖੋ ਹੁਣ ਪੰਛੀ ਇੱਕ ਦਰਖਤ ਦੇ ਉੱਤੇ ਆਲਣਾ ਬਣਾ ਕੇ ਬੈਠਾ, ਉਹ ਕਿਹੜੇ ਡਾਕਟਰ ਤੋਂ ਅਪਾਇੰਟਮੈਂਟ ਲਊਗਾ ਵੀ? ਜੇ ਤੁਸੀਂ ਉੱਤੇ ਥੱਲੇ ਖੇਤ ਦੇ ਵਿੱਚ ਅੱਗ ਲਾਤੀ, ਧੂਆਂ ਹੋ ਗਿਆ, ਉਹਦੇ ਬੱਚੇ ਜਾਂ ਉਹ ਖਤਮ ਹੈ ਕਹਾਣੀ। ਹਾਂ, ਪਰ ਇੱਕ ਗੱਲ ਇਹ ਸਾਨੂੰ ਯਾਦ ਰੱਖਣੀ ਪਊਗੀ, ਜੇ ਉਹ ਜਿਹੜੇ ਪੰਛੀ ਆ ਉਹ ਖਤਮ ਹੋਣਗੇ, ਉਹਨਾਂ ਦਾ ਇਫੈਕਟ ਉਹਨਾਂ ਦੇ ਖਤਮ ਹੋਣ ਤੇ ਨਹੀਂ, ਸਾਡੀ ਸਿਹਤ ਤੇ ਵੀ ਹੈ। ਤੁਸੀਂ ਕਹੋ ਜੀ ਉਹ ਕਿਵੇਂ? ਕਿਉਂਕਿ ਇੱਕ ਚੇਨ ਹੈ ਸਾਡੀ ਸਾਰੀ ਜੁੜੀ ਹੋਈ। ਇਸ ਚੋਂ ਇੱਕ ਵੀ ਚੀਜ਼ ਡਿਸਟਰਬ ਹੋਊਗੀ ਨਾ ਤਾਂ ਉਹ ਸਾਰੇ ਹੀ ਯੂਨੀਵਰਸ ਨੂੰ ਡਿਸਟਰਬ ਕਰੂਗੀ। ਤਾਂ ਇਸ ਕਰਕੇ ਸਾਨੂੰ ਹੁਣ ਦੇਖੋ ਲਾਸ ਆਫ ਬਾਇਓਡਾਇਵਰਸਿਟੀ ਹੈ ਜਿਹੜਾ, ਇਸ ਦਾ ਮੀਨਿੰਗ ਇਹੀ ਬਣਦਾ ਵੀ ਸਾਡੇ ਕੋਲ ਜਿਹੜੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਪ੍ਰਜਾਤੀਆਂ ਹੈਗੀਆਂ, ਹੁਣ ਕਹਿੰਦੇ ਜੀ ਕੁਝ ਅਲੋਪ ਹੋ ਗਈਆਂ, ਕੁਝ ਅਲੋਪ ਹੋਣ ਦੇ ਕੰਢੇ ਹੈ, ਤਾਂ ਹੀ ਕੰਢੇ ਆ ਨਾ ਜੇ ਮਨੁੱਖ ਇਹਨਾਂ ਵੱਲ ਧਿਆਨ ਨਹੀਂ ਦੇਊਗਾ। ਤੇ ਮੈਨੂੰ ਤਾਂ ਇਹ ਲੱਗਦਾ ਹੁੰਦਾ ਵੀ ਕਈ ਵਾਰੀ ਮਨੁੱਖ ਆਪਣੇ ਆਪ ਨੂੰ ਨਾ ਲੋਪ ਕਰ ਲੇ। ਠੀਕ ਹੈ ਨਾ ਜੀ? ਹੁਣ ਜਿਹੜਾ ਕਾਰਬਨ ਦਾ ਮਾਤਰਾ ਘਟ ਜਾਣੀ ਹੈ, ਫਲੋਰਾ ਐਂਡ ਫੌਨਾ ਜਿਹੜਾ ਹੈਗਾ ਸੋਇਲ ਦੇ ਵਿੱਚ ਉਹ ਖਤਮ ਹੋ ਗਿਆ, ਨਿਊਟਰੀਐਂਟਸ ਰਹੇ ਨਹੀਂ, ਫਿਰ ਬਾਹਰੋਂ ਅਸੀਂ NPK ਐਡ ਕਰੀ ਜਾਂਦੇ ਹਾਂ, ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ੀਅਮ, ਚਲੋ ਜੀ ਪਾਈ ਚੱਲੋ ਬਾਹਰੋਂ ਪਾਣ ਨਾਲੋਂ ਜਿਹੜਾ ਉਸ ਨੂੰ ਅਸੀਂ ਬਚਾ ਲਈਏ ਅਸੀਂ। ਠੀਕ ਹੈ ਨਾ ਜੀ? ਤਾਂ ਇਸ ਕਰਕੇ ਇਹ ਜਿਹੜੀ ਸਾਡੀ ਭੂਮੀ ਦੀ ਜਿਹੜੀ ਉਪਜਾਊ ਸ਼ਕਤੀ ਹੈ ਨਾ ਜੀ, ਮਿੱਟੀ ਦੀ ਉਪਜਾਊ ਸ਼ਕਤੀ ਹੈ ਜਿਹੜੀ, ਇਹ ਬਹੁਤ ਇਸ ਦੇ ਨਾਲ ਮਤਲਬ ਵੀ ਖਰਾਬ ਹੋ ਰਹੀ ਹੈ ਸਾਡੀ। ਇਸ ਦੇ ਵੱਲ ਸਾਨੂੰ ਤਵੱਜੋ ਦੇਣੀ ਪਊਗੀ। ਇਸ ਲਈ ਪੰਜਾਬ ਸਰਕਾਰ ਸੁਹਿਰਦ ਹੈ, ਸਾਡਾ ਸਿੱਖਿਆ ਮਹਿਕਮਾ ਇਸ ਲਈ ਸੁਹਿਰਦ ਹੈ ਕਿ ਮੈਂ ਬੱਚਿਓ ਤੁਹਾਨੂੰ ਇਹ ਕਹਿਣਾ ਚਾਹਾਂਗਾ, ਅਧਿਆਪਕਾਂ ਨੂੰ ਵੀ ਨਾਲ, ਕਿ ਇਸ ਦਾ ਸੁਨੇਹਾ ਘਰ ਘਰ ਪਹੁੰਚਾਓ। ਠੀਕ ਹੈ, ਅਸੀਂ ਹਰ ਵੇਲੇ ਗੱਲਾਂ ਕਰਦੇ ਹਾਂ, ਤੁਹਾਡੇ ਕੋਲ ਵਾਤਾਵਰਨ ਦਾ ਵਿਸ਼ਾ ਵੀ ਹੈ, ਤੁਹਾਡੇ ਕੋਲ ਹਰ ਅਸੈਂਬਲੀ ਦੇ ਵਿੱਚ ਇਹ ਗੱਲਾਂ ਕੀਤੀਆਂ ਵੀ ਜਾਂਦੀਆਂ, ਲੇਕਿਨ ਆਹ ਦੇਖੋ ਨਾ ਜਰਾ, ਆਹ ਪੜ੍ਹ ਕੇ ਦੇਖ ਲਓ ਇੱਕ ਵਾਰੀ ਤੁਸੀਂ, ਅੱਖਾਂ ਦੀ ਜਲਨ ਤੋਂ ਲੈ ਕੇ ਚਮੜੀ ਦੀ ਲਾਗ ਤੱਕ। ਹੁਣ ਅੱਖਾਂ ਦੇ ਨਾਲ ਦੇਖਣਾ, ਚਮੜੀ ਦੇ ਨਾਲ ਆਪਾਂ ਨੇ ਸਾਰਾ ਦਿਨ ਵਿਚਰਨਾ, ਤੇ ਜੇ ਉੱਥੇ ਕੰਮ ਕਰਦੇ ਜੀ ਆਪਾਂ ਪੜ੍ਹਦੇ ਐਂ ਖੁਰਕੀ ਹੋ ਗਏ ਆਪਣੀ ਚਮੜੀ ਨੂੰ, ਜਾਂ ਇੱਥੋਂ ਖੂਨ ਨਿਕਲਦਾ ਰਿਹਾ, ਜਾਂ ਕੋਈ ਇਸ ਤਰ੍ਹਾਂ ਦਾ ਮਤਲਬ ਵੀ ਬਿਮਾਰੀ ਇਹ ਜੀ ਲੱਗ ਗਈ, ਸਾਹ ਦਾ ਰੋਗ ਹੋ ਗਿਆ ਸਾਨੂੰ, ਹਾਂਜੀ, ਫਿਰ ਸਾਹ ਦਾ ਰੋਗ ਹੋ ਗਿਆ, ਫਿਰ ਸਾਡਾ ਸਾਹ ਪ੍ਰੋਪਰਲੀ ਨਹੀਂ ਆ ਰਿਹਾ, ਫਿਰ ਦਿਲ ਦੇ ਰੋਗਾਂ ਤੇ ਪਹੁੰਚ ਜਾਵਾਂਗੇ।
ਉਹ ਦੇਖੋ ਜਿਹੜੇ COPD, ਫਿਰ ਬ੍ਰੋਂਕਾਈਟਸ, ਹੈਫੀਸੇਮਾ, ਫਿਰ ਕੈਂਸਰ। ਮਤਲਬ ਇੱਕ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਵੀ ਇੱਕ ਮਨੁੱਖ ਦੀ ਸਿਹਤ ਹੈ ਜਿਹੜੀ ਉਹ ਹਰੀ ਭਰੀ ਧਰਤੀ ਜਿਹੜੀ ਸਾਨੂੰ ਦਿਸ ਰਹੀ ਹੈ ਤੇ ਉਸ ਨੂੰ ਅਸੀਂ ਕਿਸ ਤਰ੍ਹਾਂ ਦੇ ਨਾਲ ਮਤਲਬ ਤਬਾਹ ਕਰਨ ਲੱਗੇ ਪਏ ਹਾਂ। ਮੈਂ ਇਹ ਨਹੀਂ ਗੱਲ ਕਹਿੰਦਾ ਹਾਂ ਕਿ ਜਿਹੜੀ ਪਰਾਲੀ ਸਾੜਨ, ਸਾਡੇ ਉਦਯੋਗਾਂ ਦੇ ਵਿੱਚੋਂ ਨਿਕਲ ਰਿਹਾ ਧੂੰਆਂ, ਉਹਨਾਂ ਦੇ ਵਿੱਚੋਂ ਜੋ ਕੁਝ ਵੀ ਖਰਾਬ ਹੋ ਰਿਹਾ, ਸਾਡੇ ਆਲਾ ਦੁਆਲਾ ਵਾਤਾਵਰਨ ਖਰਾਬ ਹੋ ਰਿਹਾ, ਇਸ ਤਰ੍ਹਾਂ ਹੀ ਪਰਾਲੀ ਸਾੜਨ ਦੇ ਨਾਲ ਹੁਣ ਦੇਖੋ ਵੀ ਇੱਕ ਜਗ੍ਹਾ ਦੇ ਉੱਤੇ ਅਸੀਂ ਕਿਸੇ ਕਾਗਜ਼ ਨੂੰ ਅੱਗ ਲਾਈਏ ਘਰ ਦੇ ਕੋਲ। ਮੈਂ ਕਹਿੰਦਾ ਛੱਡੋ ਇਹ ਵੀ ਗੱਲ, ਵਿਦਿਆਰਥੀਓ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਵੀ ਆਪਾਂ ਲੋਹੜੀ ਤਾਂ ਸਾਰੇ ਹੀ ਮਨਾਉਂਦੇ ਹਾਂ ਤੇ ਉਸ ਦਿਨ ਆਪਾਂ 5-7 ਲੱਕੜਾਂ ਜੀਆਂ ਇਕੱਠੀਆਂ ਕਰਕੇ, ਥੋੜ੍ਹੀਆਂ ਪਾਥੀਆਂ ਇਕੱਠੀਆਂ ਕਰਕੇ ਬਾਲ ਲੈਂਦੇ ਹਾਂ। ਠੀਕ ਹੈ, ਉਦੋਂ ਠੰਡ ਹੁੰਦੀ ਹੈ, ਸਾਡਾ ਜੀ ਕਰਦਾ ਵੀ ਇਹਦੇ ਕੋਲ ਬੈਠੀਏ, ਪਰ ਉਹਦੇ ਨੇੜੇ ਨਹੀਂ ਜਾ ਸਕਦੇ ਅਸੀਂ। ਕਿੰਨੀ ਗਰਮੀ ਹੁੰਦੀ ਹੈ ਰਜਿੰਦਰ ਜੀ, ਤੁਸੀਂ ਅੰਦਾਜ਼ਾ ਲਾਓ ਵੀ ਆਪਾਂ ਕਹਿੰਦੇ ਵੀ ਕੁਰਸੀ ਚੱਕ ਕੇ ਪਿੱਛੇ ਕਰ ਲਾ ਥੋੜੀ ਜਿਹੀ, ਜਦੋਂ ਤੇਜ਼ ਅੱਗ ਹੁੰਦੀ। ਤਾਂ ਮਤਲਬ ਅੰਦਾਜ਼ਾ ਲਗਾਓ ਵੀ ਉਸ ਖੇਤ ਦੇ ਵਿੱਚ ਕੀ ਹੋ ਰਿਹਾ ਹੋਊਗਾ ਜਿਸ ਖੇਤ ਦੇ ਵਿੱਚ ਇਹ ਅੱਗ ਲੱਗੀ ਹੋਈ ਹੈ। ਕਿੰਨੇ ਜੀਵ ਜੰਤੂ, ਕਿੰਨੇ ਉਹਦੇ ਆਲੇ ਦੁਆਲੇ ਜੋ ਪ੍ਰਫੁੱਲਤ ਹੋ ਰਿਹਾ ਬਨਸਪਤੀ ਹੈ, ਉਹ ਸਾਰਾ ਖਤਮ ਹੋ ਜਾਂਦਾ, ਸਾਰਾ ਕੁਝ ਹੀ ਖਤਮ ਹੋ ਜਾਂਦਾ ਜੀ। ਦੇਖੋ ਫਿਰ ਇਸ ਤੋਂ ਵੱਡੀ ਗੱਲ ਇਹ ਹੈ ਜੀ ਕਿ ਉਸ ਧਰਤੀ ਦੇ ਨੀਚੇ ਜਿਹੜੇ ਅਸੀਂ ਕਹਿੰਦੇ ਗੰਡੋਏ ਹੈ, ਸਾਡੇ ਹੋਰ ਚੂਹੇ ਹੈ, ਸੱਪ, ਪਤਾ ਨਹੀਂ ਕਿਸ ਤਰ੍ਹਾਂ ਦੇ ਸਾਡੇ ਮਿੱਤਰ ਵੀ ਹੈ। ਚਲੋ ਦੁਸ਼ਮਣਾਂ ਨੂੰ ਤਾਂ ਖਤਮ ਕਰਨ 'ਚ ਅਸੀਂ ਪਹਿਲਾਂ ਮੂਹਰੇ ਰਹਿੰਦੇ ਹਾਂ, ਪਰ ਜੇ ਅਸੀਂ ਆਪਣੇ ਦੋਸਤਾਂ ਨੂੰ ਹੀ ਖਤਮ ਕਰਨ ਲੱਗੇ, ਇੱਕ ਪਾਸੇ ਅਸੀਂ ਕੁਦਰਤੀ ਖਾਦ ਤਿਆਰ ਕਰ ਰਹੇ ਹਾਂ, ਇੱਕ ਪਾਸੇ ਕੁਦਰਤ ਦੇ ਖਾਦ ਤਿਆਰ ਕਰਨ ਵਾਲੇ ਜੀਵਾਂ ਨੂੰ ਖਤਮ ਕਰ ਰਹੇ ਹਾਂ। ਤਾਂ ਇਸ ਕਰਕੇ ਸਾਨੂੰ ਇਹਨਾਂ ਬਿਮਾਰੀਆਂ ਤੋਂ ਸੁਚੇਤ ਰਹਿਣ ਦੇ ਲਈ ਮੈਂ ਕਹਿੰਦਾ ਵੀ ਡਾਕਟਰ ਕੋਲ ਜਾਣ ਤੋਂ ਪਹਿਲਾਂ ਜੇ ਅਸੀਂ ਇਹਨਾਂ ਚੀਜ਼ਾਂ ਦਾ ਆਪਣੇ ਤੱਕ ਖਿਆਲ ਰੱਖ ਲਈਏ, ਘਰ ਘਰ 'ਚ ਪਹੁੰਚਾ ਦਈਏ ਵੀ ਭਾਈ ਦੇਖੋ ਬਾਅਦ ਦੇ ਵਿੱਚ ਅੱਖਾਂ ਦੀ ਜਲਨ ਹੋਣੀ ਹੈ, ਚਮੜੀ ਦੇ ਰੋਗ ਹੋਣੇ ਆ, ਤਾਂ ਤੁਸੀਂ ਹੱਲ ਪੁੱਛੋਗੇ, ਹੱਲ ਸਰਕਾਰ ਲੈ ਕੇ ਆਈ ਹੋਈ ਹੈ। ਸਰਕਾਰ ਦੇ ਕੋਲ ਆਪਾਂ ਚੱਲੀਏ ਤੇ ਉਸ ਨੂੰ ਦੱਸੀਏ ਆਪਾਂ। ਹੁਣ ਇਹ ਕੀ ਕਹਿ ਰਿਹਾ ਸਾਡੇ ਕੋਲ ਵੀ ਹੈਲਥ ਅੰਡਰ ਕਲਾਊਡ ਹੈ ਸਾਡੀ, ਵਾਟਰੀ ਆਈਜ਼, ਬਸ ਅੱਖਾਂ 'ਚੋਂ ਪਾਣੀ ਤਾਂ ਧੂੰਆਂ ਦੇਖਦੇ ਸਾਰੀ ਆ ਜਾਂਦਾ। ਮੈਂ ਕਹਿੰਦਾ ਜੀ ਤੁਸੀਂ ਹੋਰ ਦੇਖੋ ਵੀ ਜਿਵੇਂ ਤੁਸੀਂ ਐਂਟਰ ਕਰਦੇ ਹੋ ਨਾ ਜੀ ਧੂਏ ਦੇ ਵਿੱਚ, ਤਾਂ ਸਾਡੀਆਂ ਅੱਖਾਂ ਦੇ ਵਿੱਚ ਜਿਹੜਾ ਹੈਗਾ ਉਹ ਪਾਣੀ ਹੈ ਜਿਹੜਾ ਉਹ ਚੱਲਣਾ ਸ਼ੁਰੂ ਹੋ ਜਾਂਦਾ ਤੇ 81.25% ਤਾਂ ਇਸੇ ਦੀ ਮਤਲਬ ਪ੍ਰੋਬਲਮ ਸਾਡੇ ਕੋਲ ਖੜੀ ਹੋ ਗਈ। ਮਤਲਬ ਇਹ ਡਾਟੇ ਹੈ ਸਾਇੰਟਿਸਟ ਨੇ ਇਕੱਠੇ ਕਰਕੇ ਸਾਨੂੰ ਦਿੱਤੇ ਹੈ, ਸਾਨੂੰ ਤਾਂ ਦੱਸਿਆ ਜਾ ਰਿਹਾ ਹੈ ਵੀ ਭਾਈ ਤੁਸੀਂ ਸੁਚੇਤ ਹੋ ਜਾਓ। ਪਰ ਜੇ ਅਸੀਂ ਸੁਚੇਤ ਨਾ ਹੋਏ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਹਾਲ ਕੀ ਹੋਣਾ ਹੈ। ਆਹ ਦੇਖ ਲਓ, ਤੁਸੀਂ ਅੰਦਾਜ਼ਾ ਲਗਾਓ ਵੀ ਇੰਡੀਆ ਗੇਟ ਹੈ ਜਿਹੜਾ ਸਾਡਾ, ਨਜ਼ਰ ਆ ਰਿਹਾ ਕਿਤੇ? ਫੇਰ ਤੇ ਸਾਨੂੰ ਆਪਣੇ ਮੂੰਹ ਦੇ ਉੱਤੇ ਐ ਢੱਕ ਕੇ ਤੇ ਚੱਲਣਾ ਪੈ ਰਿਹਾ। ਐ ਲੱਗ ਰਹੀ ਹੈ ਧੁੰਦ ਹੈ ਪਰ ਧੂਆਂ ਹੈ, ਧੁੰਦ ਤੇ ਧੂਆਂ। ਹਾਂ ਬਿਲਕੁਲ ਸਹੀ ਗੱਲ ਕੀਤੀ ਤੁਸੀਂ। ਦੇਖੋ ਪਰ ਹੈ ਧੂਆਂ ਹੈ। ਇਹ ਧੂਆਂ ਤੇ ਧੁੰਦ ਜਦੋਂ ਦੋਨਾਂ ਦਾ ਸਮੇਲ ਹੋ ਜਾਂਦਾ ਨਾ ਜੀ, ਤਾਂ ਇਸ ਨੂੰ ਅਸੀਂ ਸਮੋਕ ਜਮਾ ਫੌਗ, ਸਮੋਗ ਦਾ ਨਾਮ ਦਿੱਤਾ, SMOG, ਸਮੋਗ। ਧੁਆਂਖੀ ਧੁੰਦ, ਵਿੱਚੇ ਧੂਆਂ ਆ ਗਿਆ, ਵਿੱਚੇ ਧੁੰਦ ਆ ਗਈ, ਤੇ ਇਹਨੇ ਰਹਿਣਾ ਕਿੱਥੇ? ਸਰਫੇਸ ਤੇ। ਤੇ ਸਰਫੇਸ ਤੇ ਕੌਣ ਹੈ? ਅਸੀਂ ਆ। ਅਸੀਂ ਸਾਹ ਇਸ ਜਗ੍ਹਾ ਤੋਂ ਲੈਣਾ ਹੈ, ਚਾਹੇ ਅਸੀਂ ਬੈਠੇ ਹਾਂ ਚਾਹੇ ਖੜੇ ਹਾਂ, ਇੰਨੇ ਫੁੱਟ ਤੋਂ ਅਸੀਂ ਸਾਹ ਮਤਲਬ ਇੱਥੋਂ ਅਸੀਂ ਲੈ ਰਹੇ ਹਾਂ। ਪਰ ਉਹਦੇ ਵਿੱਚ ਜੇ ਅਸੀਂ ਆ ਕੇ, ਪਰ ਸਾਨੂੰ ਮੂੰਹ ਕਿਉਂ ਢੱਕਣਾ ਪੈ ਰਿਹਾ? ਕਾਰਨ ਇਹ ਹੈ ਕਿ ਉਹ ਸਾਡੇ ਅੰਦਰ ਹੈ ਜਿਹੜਾ ਧੂਆਂ ਐਂਟਰ ਕਰ ਰਿਹਾ। ਫਿਰ ਸਾਨੂੰ ਨਜ਼ਰ ਨਹੀਂ ਆ ਰਿਹਾ ਸਾਹਮਣੇ ਕੁਛ ਨਾ ਕੁਛ। ਇੱਕ ਮੇਨ ਕੰਮ ਹੈ ਜਿਹੜਾ, ਆਹ ਦੇਖਿਓ ਹੁਣ ਤੁਸੀਂ, ਜਿਵੇਂ ਆਪਣਾ ਅਕਤੂਬਰ ਸਮਾਪਤੀ ਹੋਣੀ ਹੈ, ਨਵੰਬਰ ਦਾ ਖਤਮ ਹੁੰਦੇ ਹੁੰਦੇ ਇਹ ਇੰਨਾ ਜ਼ਿਆਦਾ ਮਤਲਬ ਪ੍ਰੋਬਲਮ ਵੱਧ ਜਾਣੀ ਹੈ ਤੇ ਸੜਕਾਂ ਦੇ ਮਤਲਬ ਐਕਸੀਡੈਂਟਾਂ ਦੀਆਂ ਖਬਰਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ, ਕਿਉਂਕਿ ਸੜਕਾਂ ਦੇ ਆਲੇ ਦੁਆਲੇ ਸਾਡੇ ਖੇਤ ਹੈ। ਖੇਤਾਂ ਦੇ ਵਿੱਚ ਆਮ ਜਿਹੜੀ ਹੈ ਅੱਗ ਉਹ ਲਗਾ ਦਿੱਤੀ ਜਾਂਦੀ ਹੈ ਵੀ ਹਵਾ ਆਊਗੀ, ਹਵਾ ਦੇ ਨਾਲ ਕਈ ਵਾਰੀ ਕੀ ਹੁੰਦਾ ਉਹ ਸੜਕ ਦੇ ਉੱਤੇ ਫੈਲ ਜਾਂਦੀ ਹੈ ਤੇ ਬੱਸ ਜਾਂ ਹੋਰ ਇਹਨਾਂ ਚੀਜ਼ਾਂ ਦਾ ਲੰਘਣਾ ਵੀ ਮੁਸ਼ਕਿਲ ਹੋ ਜਾਂਦਾ। ਤੇ ਸਾਈਕਲ ਵਾਲੇ ਦਾ ਤਾਂ ਮਤਲਬ ਆਪਾਂ ਅੰਦਾਜ਼ਾ ਲਗਾ ਲਓ ਵੀ ਕੀ ਹਾਲ ਹੁੰਦਾ ਹੋਊਗਾ। ਦੇਖੋ ਜੀ, ਆਹ ਤੁਹਾਨੂੰ ਮੈਂ ਦੱਸ ਰਿਹਾ ਵੀ ਨਾਰਮਲ 에ਅਰਵੇ ਹੈ ਸਾਡਾ, ਇਹ ਤੁਸੀਂ ਦੇਖ ਰਹੇ ਹੋ ਵੀ ਇਹ ਇੰਨਾ ਖੁੱਲ੍ਹਾ ਹੈ ਸਾਡੇ ਕੋਲ, ਇਹਦੇ ਵਿੱਚੋਂ ਸਾਡੀ ਹਵਾ ਜਾਣੀ ਹੈ। ਤੇ ਜੇ ਅਸਥਮਾ ਹੋ ਗਿਆ, ਉਹ ਕਹਿੰਦਾ ਸਾਹ ਨਹੀਂ ਆ ਰਿਹਾ, ਸਾਹ ਨਹੀਂ, ਉਹ ਸਾਹ ਆਊਗਾ ਕਿੱਥੋਂ ਤੈਨੂੰ? ਉਹ ਮੋਰੀ ਤਾਂ ਦੇਖ ਕਿੱਡੀ ਕੁ ਰਹਿ ਗਈ। ਆਹ ਦੇਖੋ ਇਹ ਸਾਰਾ ਬੰਦ ਹੋ ਗਿਆ, ਠੀਕ ਹੈ ਨੀ? 에ਅਰਵੇ ਜਿਹੜੀ ਓਪਨਿੰਗ ਉਹਦੀ ਘਟ ਗਈ। ਹੁਣ ਜਿੱਥੋਂ ਹਵਾ ਪੂਰੀ ਜਾਣੀ ਸੀ, ਹਵਾ ਦੇ ਵਿੱਚੋਂ ਫਿਰ ਆਕਸੀਜਨ ਲੈਣੀ ਹੈ, ਹੁਣ ਹਵਾ ਹੀ ਨਹੀਂ ਪੂਰੀ ਜਾ ਰਹੀ ਤੇ ਉਹਦੇ ਚੋਂ ਆਕਸੀਜਨ ਕਿੱਥੋਂ ਕੱਢੂਗਾ ਸਾਡਾ ਸਿਸਟਮ? ਹਵਾ 'ਚ ਗਲਤ ਪਾਰਟੀਕਲ ਜਾ ਰਿਹਾ ਤਾਂ ਅੰਦਰ ਜਾ ਕੇ ਰਿਐਕਸ਼ਨ ਤਾਂ ਕਰੇਗਾ। ਸਸਪੈਂਡਡ ਪਾਰਟੀਕੂਲੇਟ ਹੈ ਜਿਹੜੇ ਉਹ ਦੇਖੋ ਹੁਣ ਤੁਸੀਂ, ਉਹ ਕਿੰਨਾ ਜ਼ਿਆਦਾ ਮਤਲਬ ਸਾਡੇ ਲਈ ਘਾਤਕ ਹੋ। ਪਰ ਇਹਦੇ ਨਾਲ ਹੁਣ ਸਾਨੂੰ ਤਾਂ ਵਿਗਿਆਨੀਆਂ ਨੇ ਦੱਸੀ ਜਾਣਾ, ਇਹ ਸਾਡੀ ਮਰਜ਼ੀ ਹੈ ਵੀ ਅਸੀਂ ਡਾਕਟਰ ਕੋਲ ਗਏ, ਡਾਕਟਰ ਨੇ ਤਾਂ ਦਵਾਈ ਲਿਖ ਕੇ ਦੇਣੀ ਹੈ ਵੀ ਭਾਈ ਤੈਨੂੰ ਇਹ ਪ੍ਰੋਬਲਮ ਹੈ, ਜੋ ਤੂੰ ਦੱਸੀ ਹੈ ਮੈਂ ਤੈਨੂੰ ਇਹਦੀ ਦਵਾਈ ਦੇਤੀ। ਹੁਣ ਜੇ ਦਵਾਈ ਨਹੀਂ ਖਾਊਂਗਾ ਤਾਂ ਮੈਂ ਠੀਕ ਕਿੱਥੋਂ ਹੋਊਂਗਾ? ਹੁਣ ਵਿਗਿਆਨੀਆਂ ਨੇ ਸਾਨੂੰ ਇਹ ਦੱਸਤਾ ਵੀ ਆਹ ਪ੍ਰੋਬਲਮਸ ਆ ਰਹੀਆਂ ਤੇ ਆਉਣ ਵਾਲੇ 'ਚ ਹੋਰ ਵਧਣਗੀਆਂ। ਜੇ ਹੁਣ ਬੱਚਿਓ, ਵਿਦਿਆਰਥੀਓ ਤੇ ਅਧਿਆਪਕ ਸਾਥੀਓ, ਜੇ ਆਪਾਂ ਨੇ ਇਹਦਾ ਘਰ ਘਰ ਸੁਨੇਹਾ ਨਾ ਪਹੁੰਚਾਇਆ ਨਾ, ਤਾਂ ਅੰਦਾਜ਼ਾ ਲਗਾ ਲਓ ਵੀ ਸਾਡੀ ਆਉਣ ਵਾਲੀ ਜਨਰੇਸ਼ਨ ਫਿਰ ਲੁਪਤ ਹੋਣ ਦੇ ਕੰਢੇ ਤੇ ਹੀ ਹੈ। ਦੱਸਤਾ ਵਿਗਿਆਨੀਆਂ ਨੇ ਰਜਿੰਦਰ ਜੀ, ਉਹ ਦੇਖੋ ਜੀਵਨ ਸੰਭਾਵਨਾ
6.4 ਸਾਲ ਘਟ ਗਈ ਹੈ। ਮਤਲਬ 6.5 ਸਾਲ ਸਾਡੀ ਉਮਰ ਹੈ ਜਿਹੜੀ ਐਵਰੇਜ ਉਮਰ ਦਾ ਫਰਕ ਪੈ ਗਿਆ ਹੋਇਆ। ਤੇ ਹੁਣ ਕਿਸੇ ਦਾ ਇਹ ਵੀ ਸਵਾਲ ਹੋ ਸਕਦਾ ਵੀ ਬਸ ਸਾਡੀ ਉਮਰ ਇਕੱਲੀ ਪਰਾਲੀ ਸਾੜਨ ਨਾਲ ਹੀ ਘਟ ਗਈ। ਨਹੀਂ, ਮੇਰਾ ਕਹਿਣ ਤੋਂ ਭਾਵ ਇਹ ਹੈ ਵੀ ਜਿਹੜੀ ਪਰਾਲੀ ਹੈ ਉਹ ਵੀ ਇਹਦਾ ਇੱਕ ਹਿੱਸਾ ਹੈ। ਅਸੀਂ ਇਹ ਨਹੀਂ ਕਹਿੰਦੇ ਵੀ ਇਕੱਲੀ, ਪਰ ਅਸੀਂ ਜਾਗਰੂਕ ਇਸ ਲਈ ਕਰ ਰਹੇ ਹਾਂ ਵੀ ਇਹ ਜਿਹੜਾ ਹੈਗਾ ਸਾਡਾ ਲੈਂਡ ਹੈ ਜਿਹੜਾ, ਉਸ ਦੇ ਵਿੱਚ ਵੱਧ ਤੋਂ ਵੱਧ ਸਾਡਾ ਜਿਹੜੀ ਇਹ ਖੇਤੀਬਾੜੀ ਦਾ ਏਰੀਆ ਹੈ ਨਾ ਜੀ, ਰਹਿਣ ਵਾਲੀ ਜਗ੍ਹਾ ਘੱਟ ਹੈ, ਖੇਤੀਬਾੜੀ ਜ਼ਿਆਦਾ ਹੈ। ਸਾਡੀ ਐਗਰੀਕਲਚਰ ਲੈਂਡ ਸਾਡੀ ਕਿੰਨੀ ਜ਼ਿਆਦਾ, ਤੇ ਹੁਣ ਉਸ ਦੇ ਮੁਤਾਬਕ ਜੇ ਧੂਆਂ ਇੰਨਾ ਜ਼ਿਆਦਾ ਹੋ ਜਾਊਗਾ ਤਾਂ ਸਾਨੂੰ ਹੀ ਨੁਕਸਾਨ ਹੋਣਾ, ਹੋਰ ਕਿਸ ਨੂੰ ਹੋਣਾ। ਇਸ ਲਈ ਬਾਰ-ਬਾਰ ਅਸੀਂ ਇਹੀ ਗੱਲ ਦੱਸ ਰਹੇ ਹਾਂ, ਮਿੱਟੀ ਦੀ ਉਪਜਾਊ ਸ਼ਕਤੀ ਤੇ। ਹਾਂਜੀ, ਮਿੱਟੀ ਦੀ ਉਪਜਾਊ ਸ਼ਕਤੀ ਤੇ ਦਾ ਪ੍ਰਭਾਵ ਪੈਂਦਾ, ਜਿੱਥੇ ਮਨੁੱਖੀ ਸਿਹਤ ਤੇ ਪ੍ਰਭਾਵ ਪੈ ਰਿਹਾ, ਤੇ ਮਿੱਟੀ ਦੀ ਉਪਜਾਊ ਸ਼ਕਤੀ ਤੇ ਜਦੋਂ ਇਸ ਦਾ ਪ੍ਰਭਾਵ ਪੈਣਾ ਨਾ ਜੀ, ਤਾਂ ਉਸ ਵੇਲੇ ਕੱਲੀ ਇਹੀ ਫਸਲ ਨਹੀਂ, ਬਾਕੀ ਫਸਲਾਂ ਤੇ ਵੀ ਪ੍ਰਭਾਵ ਪੈਣਾ, ਸਬਜ਼ੀਆਂ ਤੇ ਵੀ ਪ੍ਰਭਾਵ ਪਊਗਾ, ਕਿਉਂਕਿ ਹੋਣੀਆਂ ਤਾਂ ਉੱਥੇ ਹੀ। ਪੰਜਾਬ ਦਾ ਜ਼ਿਆਦਾਤਰ ਮੈਦਾਨੀ ਖੇਤਰ ਹੋਣ ਕਰਕੇ ਬਿਲਕੁਲ ਉਪਜਾਊ ਸ਼ਕਤੀ ਜ਼ਿਆਦਾ ਸੀ, ਪਰ ਇਹਨੂੰ ਅੱਗ ਨਾਲ ਸਾੜੀ ਜਾਵਾਂਗੇ ਤਾਂ ਨੁਕਸਾਨ ਹੋਣਾ ਹੀ। ਇਹ ਆਪਾਂ ਸਹਿਜੀ ਦੇਖ ਸਕਦੇ ਹਾਂ ਵੀ ਜਿਹੜਾ ਕੱਦੂ ਹੈ ਉਹ ਜਦੋਂ ਤਾਜ਼ਾ ਚੱਲਦਾ ਉਹਦਾ ਸਵਾਦ ਹੋਰ ਹੁੰਦਾ, ਜਦੋਂ ਉਸ ਤੋਂ ਬਾਅਦ ਤਾਂ ਉਹਦਾ ਟੇਸਟ ਆਪਾਂ ਕਹਿੰਦੇ ਯਾਰ ਕੱਦੂ ਤਾਂ ਉਹੀ ਸੀਗਾ, ਪਰ ਹੁਣ ਨਹੀਂ ਉਹੋ ਜਿਹਾ ਸਵਾਦਦਾਰ ਬਣਦਾ। ਮਤਲਬ ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਸਾਨੂੰ ਪੌਸ਼ਟਿਕ ਤੱਤ ਨਸ਼ਟ ਹੋਣਗੇ ਤਾਂ ਸਾਡੇ ਕੋਲ ਬਹੁਤ ਇਹ ਨੁਕਸਾਨ ਹੋ ਜਾਊਗਾ। ਤੇ ਗਰਮੀ ਜਿਹੜੀ ਹੈ, ਦੇਖੋ ਇਹ ਸਭ ਤੋਂ ਘਾਤਕ ਪੁਆਇੰਟ ਰਜਿੰਦਰ ਜੀ, ਵੀ ਜਿਹੜੀ ਗਰਮੀ ਹੈ ਨਾ ਜਦੋਂ ਵਧੂਗੀ ਤਾਂ ਉਸਨੇ ਜਿਹੜਾ ਸਾਡੀ ਸਤ੍ਹਾ ਦੇ ਉੱਤੇ, ਧਰਤੀ ਦੀ ਸਤ੍ਹਾ ਦੇ ਉੱਤੇ ਪਾਣੀ ਹੈ, ਨਮੀ ਹੈ, ਉਸ ਨੂੰ ਖਤਮ ਕਰ ਦੇਣਾ। ਉਹ ਨਮੀ ਦੇ ਵਿੱਚ ਜਿਹੜੇ ਰੋਗਾਣੂ ਹੈ ਉਹਨਾਂ ਦਾ ਨੁਕਸਾਨ ਹੋ ਜਾਣਾ, ਠੀਕ ਹੈ ਨਾ ਜੀ। ਤੋ ਇਸ ਕਰਕੇ ਸਾਨੂੰ ਇਹ ਬਹੁਤ ਜ਼ਿਆਦਾ ਇਸ ਦੇ ਬਾਰੇ ਵਿਸ਼ੇਸ਼ ਤੌਰ ਤੇ ਸੋਚਣ ਦੀ ਲੋੜ ਹੈ। ਖਤਰੇ ਦੇਖ ਲਓ ਤੁਸੀਂ, ਹੈ ਨਾ। ਵਿਗਿਆਨ ਤਾਂ ਜਿਹੜਾ ਖਤਰੇ ਗਿਣਾ ਸਕਦੇ ਆ, ਵਿਗਿਆਨੀ ਦੱਸ ਸਕਦੇ ਆ ਵੀ ਨਿਕਾਸ ਤੋਂ ਬਾਅਦ ਦੇਖੋ ਤੀਜੇ ਨੰਬਰ ਤੇ ਆ ਰਹੇ ਹਾਂ ਅਸੀਂ, ਹੈ ਨਾ ਜੀ। ਪਰਾਲੀ ਸਾੜਨ ਦਾ ਵਾਯੂਮੰਡਲ ਦੇ ਪ੍ਰਦੂਸ਼ਣ ਵਿੱਚ ਕਿੱਡਾ ਵੱਡਾ ਯੋਗਦਾਨ ਹੈ। ਇਸ ਲਈ ਅਸੀਂ ਬਾਰ-ਬਾਰ ਇਹ ਕਹਿੰਦੇ ਹਾਂ, ਤੁਹਾਨੂੰ ਬੇਨਤੀ ਕਰਦੇ ਹਾਂ। 60% ਹਿੱਸਾ ਤਾਂ ਬਹੁਤ ਜ਼ਿਆਦਾ ਮੰਨਿਆ ਜਾਂਦਾ, ਬਹੁਤ ਜ਼ਿਆਦਾ ਜੀ, ਬਹੁਤ ਜ਼ਿਆਦਾ। ਦੇਖੋ ਹੁਣ ਸਾਡੇ ਆਲੇ ਦੁਆਲੇ, ਹੁਣ ਸਾਡੇ ਇੱਕ ਪਿੰਡ ਦੇ ਵਿੱਚ ਕਿੰਨੇ ਕੁ ਘਰ ਹੈ ਤੇ ਕਿੰਨੀ ਸਾਡੀ ਜ਼ਮੀਨ ਹੈ, ਤੁਸੀਂ ਅੰਦਾਜ਼ਾ ਲਗਾ ਲਓ ਵੀ ਉਸ ਦੇ ਵਿੱਚ ਅਸੀਂ ਕਿੱਦਾਂ, ਕਿਹੜੇ ਪਾਸੇ ਨੂੰ ਜਾ ਰਹੇ ਹਾਂ, ਠੀਕ ਹੈ ਨਾ। ਹੋਰ ਕੀ ਹੋਊਗਾ ਹੁਣ ਇਹਦੇ ਨਾਲ, ਦੇਖੋ ਤੁਸੀਂ ਵੀ ਤੇਜ਼ਾਬ ਦੀ ਵਰਖਾ, ਤੁਸੀਂ ਕਹੋ ਜੀ ਹੁਣ ਉੱਤੇ ਤੇਜ਼ਾਬ ਦੀਆਂ ਬੋਤਲਾਂ ਭੇਜਤੀਆਂ, ਜਿਹੜੀਆਂ ਤੇਜ਼ਾਬ ਉੱਤੋਂ ਥੱਲੇ ਸਿੱਟਣਾ, ਉਹ ਨਹੀਂ, ਬੋਤਲਾਂ ਭੇਜਣ ਦੀ ਗੱਲ ਨਹੀਂ ਹੁੰਦੀ। ਜੋ ਮਟੀਰੀਅਲ ਧਰਤੀ ਤੋਂ ਉੱਪਰ ਜਾਣਾ ਹੈ ਵਾਸ਼ਪੀਕ੍ਰਿਤ ਹੋ ਕੇ, ਉਸੇ ਨਹੀਂ ਫਿਰ ਵਾਪਸ ਆਣਾ। ਇੱਕ ਚੱਕਰ ਹੈ, ਸਾਡੇ ਕੋਲ ਜਲ ਚੱਕਰ ਹੈ। ਹੁਣ ਜਿਹੜਾ ਸਮੁੰਦਰਾਂ ਚੋਂ ਪਾਣੀ ਉੱਪਰ ਵਾਸ਼ਪੀਕ੍ਰਿਤ ਹੋ ਕੇ ਗਿਆ, ਉਹਦੇ ਬੱਦਲ ਬਣੇ ਆ, ਉਹ ਬੱਦਲਾਂ ਦੇ ਵਿੱਚ ਗਰਮੀ ਦੇ ਕਰਕੇ ਫਿਰ ਉਹ ਮੀਂਹ ਬਣਿਆ, ਉਹ ਧਰਤੀ ਤੋਂ ਹੀ ਗਿਆ ਪਾਣੀ, ਧਰਤੀ ਤੇ ਵਾਪਸ ਆ ਗਿਆ, ਇਸ ਲਈ ਇਹਨੂੰ ਜਲ ਚੱਕਰ ਕਿਹਾ ਗਿਆ। ਚੱਕਰ ਕੀ ਹੈ ਵੀ ਜਿੱਥੋਂ ਚੱਲਿਆ ਸੀ ਉੱਥੇ ਫਿਰ ਵਾਪਸ। ਜੇ ਹੁਣ ਅਸੀਂ ਇੱਥੋਂ ਭੇਜਿਆ ਹੀ ਇਹ ਜਿਹਾ ਗੰਦਾ, ਜਿਹਦੇ ਵਿੱਚ ਸਲਫਰ ਡਾਈਆਕਸਾਈਡ ਹੈ, ਕਾਰਬਨ ਡਾਈਆਕਸਾਈਡ ਹੈ, ਤੇ ਉਹ ਜਦੋਂ ਪਾਣੀ ਨਾਲ ਕਿਰਿਆ ਕਰੂਗੀ ਸਲਫਿਊਰਸ ਐਸਿਡ ਹੀ ਬਣਨਾ, ਤਾਂ ਉਹ ਜਿਹੜਾ ਐਸਿਡ ਹੈ ਉਹਨੂੰ ਤੇਜ਼ਾਬੀ ਵਰਖਾ ਕਿਹਾ ਗਿਆ। ਤੇ ਤੁਸੀਂ ਇਹ ਦੇਖਿਆ ਹੋਊਗਾ ਰਜਿੰਦਰ ਜੀ, ਕਈ ਵਾਰੀ ਇਹ ਖਬਰਾਂ ਵੀ ਆਈਆਂ ਸਾਡੇ ਕੋਲ ਵੀ ਅੱਜ ਜਿਹੜੇ ਛਿੱਟੇ ਪਏ ਨਾ ਜੀ ਮੀਂਹ ਦੇ, ਉਹ ਸਾਡੇ ਸਾਰੇ ਕੱਪੜਿਆਂ ਨੂੰ ਖਰਾਬ ਕਰਕੇ ਸਾਡੀਆਂ ਕੰਧਾਂ ਨੂੰ ਖਰਾਬ ਕਰ ਗਏ। ਉਹ ਕੀ ਸੀ? ਉਹ ਤੇਜ਼ਾਬੀ ਵਰਖਾ ਸੀ। ਤੇਜ਼ਾਬ ਮਤਲਬ ਬਣ ਗਿਆ ਉਹਦਾ, ਉਹ ਤੇਜ਼ਾਬ ਨੇ ਜਿਹੜਾ ਹੈ ਇੰਨਾ ਜ਼ਿਆਦਾ ਸਾਡਾ ਨੁਕਸਾਨ ਕਰ। ਵਰਖਾ ਦੀ ਮਾਤਰਾ ਵੀ ਘਟ ਜਾਂਦੀ ਹੈ, ਮਾਤਰਾ ਘਟੇਗੀ ਤਾਂ ਫਿਰ ਸਾਫ਼ ਕਿੱਥੋਂ ਆਏਗੀ? ਬਿਲਕੁਲ ਬਿਲਕੁਲ। ਇਸ ਗੱਲ ਕਰਕੇ ਇਹ ਸਾਡਾ ਮਤਲਬ ਵੀ ਹੁਣ ਕਹਿੰਦੇ ਜੀ ਫਿਰ ਕਰੀਏ ਕੀ, ਵੀ ਇੰਨਾ ਕੁਛ ਨੁਕਸਾਨ ਹੋ ਰਿਹਾ ਹੈ, ਪਰ ਹੁਣ ਕਰੀਏ ਕੀ? ਦੇਖ ਲਓ ਸਾਡੇ ਵਿਗਿਆਨੀਆਂ ਨੇ ਫਿਰ ਇਹ ਵੀ ਦੱਸਤਾ ਵੀ ਇਹਨੂੰ ਸਾੜਨ ਦੀ ਬਜਾਏ ਇਹਦੀ ਵਰਤੋਂ ਸ਼ੁਰੂ ਕਰੋ ਭਾਈ। ਅੱਛਾ, ਵਰਤੋਂ ਕਿੱਥੇ ਕਰੀਏ ਜੀ? ਕਹਿੰਦੇ ਪਸ਼ੂਆਂ ਦੀ ਖੁਰਾਕ ਦੇ ਵਿੱਚ ਇਹਦਾ ਕੰਮ ਲਿਆ ਜਾ ਸਕਦਾ, ਖਾਦ ਬਣਾਉਣ ਦੇ ਲਈ ਕੰਮ ਲਿਆ ਜਾਂਦਾ, ਪਿੰਡੂ ਖੇਤਰਾਂ 'ਚ ਛੱਤਾਂ ਪਾਈਆਂ ਜਾ ਸਕਦੀਆਂ ਇਸ ਪਰਾਲੀ ਦੀਆਂ, ਬਾਇਓਮਾਸ ਊਰਜਾ, ਖੁੰਭਾਂ ਦੀ ਕਾਸ਼ਤ ਕਰਨ ਦੇ ਲਈ ਇਹ ਪਰਾਲੀ ਬਹੁਤ ਕੰਮ ਆਉਂਦੀ ਹੈ, ਪੈਕਿੰਗ ਸਮੱਗਰੀ ਦੇ ਲਈ, ਬਾਲਣ ਦੇ ਤੌਰ ਤੇ ਇਸ ਨੂੰ। ਐ ਨਹੀਂ ਹੁਣ ਤੁਸੀਂ ਕਹੋ ਜੀ ਜੇ ਬਾਲਣ ਦੇ ਤੌਰ ਤੇ ਵਰਤੇ ਫਿਰ ਸਾਰੀ ਉਹ ਬਾਲਤੀ ਇਸ ਤਾਂ ਨਾ, ਉਹ ਬਾਲਣ ਹੋਰ ਹੈ। ਇਹ ਬਾਲਣ ਲਿਮਟਿਡ ਸਾਡੇ ਲਈ ਜਿੰਨਾ ਲੋੜ ਹੈ, ਕਿਸੇ ਭੱਠੀਆਂ ਦੇ ਵਿੱਚ, ਕਿਤੇ ਸਾਡੀਆਂ ਇੱਟਾਂ ਪਕਾਣੀਆਂ ਉੱਥੇ ਭੱਠਿਆਂ ਦੇ ਵਿੱਚ, ਮਤਲਬ ਇਹਨਾਂ ਚੀਜ਼ਾਂ ਦਾ, ਇਹ ਕਾਗਜ਼ ਦਾ, ਇਸ ਦਾ ਬਣਾਇਆ ਜਾ ਸਕਦਾ। ਤਾਂ ਮਤਲਬ ਬਾਇਓ ਇਥੇਨੋਲ ਉਦਯੋਗਿਕ ਉਤਪਾਦਨ ਦੇ ਵਿੱਚ ਇਹ ਸਾਰਾ ਕੁਝ ਅਸੀਂ ਕਰ ਸਕਦੇ ਹਾਂ। ਸਾਨੂੰ ਵਿਗਿਆਨੀ ਦੱਸ ਰਹੇ ਹੈ ਵੀ ਇਹਦੇ ਯੂਜ਼ ਹੋ ਸਕਦੇ ਆ। ਡਾਕਟਰ ਸਾਹਿਬ, ਜਿਹੜਾ ਬਾਲਣ ਦੇ ਵਿੱਚ ਅਗਰ ਉਹ ਪ੍ਰੋਪਰ ਬਾਲਿਆ ਜਾਏ ਤਾਂ ਉਸ ਤੋਂ ਮੇਰਾ ਖਿਆਲ ਹੈ ਵੀ ਜਿਹੜੇ ਨੁਕਸਾਨਦਾਇਕ ਤੱਤ ਘੱਟ ਨਿਕਲਦੇ ਆ। ਬਿਲਕੁਲ ਬਿਲਕੁਲ। ਜੇ ਆਪਾਂ ਹਵਾ 'ਚ ਸਿੱਧਾ ਉਹਨੂੰ ਬਾਲ ਰਹੇ ਹਾਂ ਤਾਂ ਉਹ ਨੁਕਸਾਨ ਤੱਤ ਜਿਹੜੇ ਆ ਜ਼ਿਆਦਾ ਹੁੰਦੇ ਆ। ਉਹ ਇਸ ਤਰ੍ਹਾਂ ਜੀ, ਉਸ ਦੀ ਜਿਹੜੀ ਮਾਤਰਾ ਘਟ ਗਈ, ਉਸ ਏਰੀਆ ਦੇ ਵਿੱਚ ਹਵਾ ਜ਼ਿਆਦਾ ਹੈ, ਧੂਆਂ ਘੱਟ ਹੈ, ਤਾਂ ਹਵਾ ਨੇ ਉਹ ਧੂਏ ਨੂੰ ਸਾਂਭ ਲੈਣਾ। ਪਰ ਜਿੱਥੇ ਧੂਆਂ ਜ਼ਿਆਦਾ ਹੋ ਗਿਆ, ਹਵਾ ਘਟ ਗਈ, ਉਹ ਚਿਮਨੀਆਂ ਨਾਲ ਉਹਨੂੰ ਕੁਝ ਉੱਪਰ ਵੀ ਭੇਜਿਆ ਜਾ ਸਕਦਾ। ਉੱਪਰ ਭੇਜਣ ਦਾ ਕਾਰਨ ਇਹੀ ਹੈ ਜੀ ਵੀ ਚਿਮਨੀ ਉੱਚੀ ਇਸੇ ਲਈ ਲਾਈ ਜਾਂਦੀ ਹੈ ਵੀ ਜਦੋਂ ਸਾਡਾ ਲੈਵਲ ਹੈ ਜਿਹੜਾ ਸਾਹ ਲੈਣ ਦਾ, ਉਹ ਤਾਂ ਘੱਟੋ ਘੱਟ ਬਚਿਆ ਰਹੇ ਨਾ, ਤੇ ਉੱਪਰ ਨੂੰ ਜਿਹੜੀ ਨਾਲੇ ਗਰਮ ਹਵਾ ਜਿਹੜੀ ਹੈ ਉਹ ਉੱਪਰ ਨੂੰ ਜਾਣੀ ਹੈ।
ਠੀਕ ਹੈ ਨਾ। ਤੋ ਨੁਕਸਾਨ ਦੇ ਪ੍ਰਭਾਵ ਜਿਹੜੇ ਪੌਸ਼ਟਿਕ ਤੱਤਾਂ ਦਾ ਨੁਕਸਾਨ ਹੋ ਗਿਆ, ਗ੍ਰੀਨ ਹਾਊਸ ਗੈਸਾਂ, ਓਜ਼ੋਨ ਪਰਤ ਨੂੰ ਨੁਕਸਾਨ ਪਹੁੰਚਾਉਣ ਵਾਲੇ, ਇਹ ਜਿਹੜੀ ਸਾਡੇ ਕੋਲ ਰਹਿੰਦ ਖੂੰਹਦ ਬਚ ਗਈ, ਇਸ ਦੇ ਨਾਲ ਉਪਕਰਨਾਂ ਦਾ ਨੁਕਸਾਨ ਹੋ ਜਾਂਦਾ ਹੈ, ਅੱਗ ਕਾਬੂ ਤੋਂ ਬਾਹਰ ਹੋ ਕੇ ਫੈਲਣ ਦਾ ਖਤਰਾ ਦੇਖੋ ਇਸ ਦੇ ਵਿੱਚ। ਤਾਂ ਹੁਣ ਸਟ੍ਰॉ ਬੈਂਕ ਬਣਾਏ ਗਏ ਸਾਡੇ ਗਵਰਨਮੈਂਟ ਨੇ, ਸਟ੍ਰॉ ਬੈਂਕ ਵੀ ਇੱਕ ਜਗ੍ਹਾ ਆਪਾਂ ਨੇ ਲੋਕੇਟ ਕਰ ਲਈ, ਉੱਥੇ ਸਟ੍ਰॉ ਸਾਰਾ ਇਕੱਠਾ ਕੀਤਾ ਜਾਊਗਾ। ਹੁਣ ਤੁਸੀਂ ਦੇਖਿਆ ਹੋਣਾ ਵੀ ਪੈਕਿੰਗਾਂ ਕਰਕੇ ਅਸੀਂ ਟਰਾਲੀਆਂ ਦੇ ਵਿੱਚ, ਹੈ ਨਾ, ਤੇ ਉਹਨੂੰ ਸਟੋਰ ਕਰ ਲਿਆ, ਸਟ੍ਰॉ ਬੈਂਕ ਬਣ ਗਿਆ ਸਾਡਾ। ਹੁਣ ਜਿਵੇਂ ਬੈਂਕ ਦੇ ਵਿੱਚ ਅਸੀਂ ਪੈਸਾ ਰੱਖਦੇ ਹਾਂ, ਇਸ ਤਰ੍ਹਾਂ ਸਟ੍ਰॉ ਨੂੰ ਜਮ੍ਹਾਂ ਕੀਤਾ ਜਾ ਰਿਹਾ ਵੀ ਉਸ ਸਟ੍ਰॉ ਤੋਂ ਕੰਮ ਲਿਆ ਜਾਊਗਾ, ਠੀਕ ਹੈ ਨਾ। ਪਰ ਦੇਖੋ ਤੁਸੀਂ, ਪੋਲਿਊਟਿਡ 에ਅਰ ਹੈ ਜਿਹੜੀ ਸਾਡੀ, ਕਿੰਨੀ ਕੁ ਹਾਰਮਫੁੱਲ ਹੈ। ਇਹਦੇ ਵਿੱਚ 1 ਟਨ ਜੇ ਬਾਲਦੀ ਅਸੀਂ ਇਸ ਪਰਾਲੀ ਦਾ, 2 ਕਿਲੋ ਤਾਂ ਜੀ ਇਹਦੇ ਚੋਂ ਸਲਫਰ ਡਾਈਆਕਸਾਈਡ, 3 ਕਿਲੋ ਪਾਰਟੀਕੂਲੇਟ, 60 ਕਿਲੋ ਕਾਰਬਨ ਮੋਨੋਆਕਸਾਈਡ, 1460 ਕਿਲੋ ਕਾਰਬਨ ਡਾਈਆਕਸਾਈਡ ਤੇ 199 ਕਿਲੋ ਇਹਦੀ 200 ਕਿਲੋ ਲਾਓ ਐਸ਼ ਬਣ ਜਾਂਦੀ ਹੈ, ਸਵਾਹ। ਤੇ ਹੁਣ ਉਹਨੂੰ ਕਿੱਥੇ ਸਿੱਟਣਾ ਭਾਈ ਅਸੀਂ? ਤਾਂ ਤੁਸੀਂ ਅੰਦਾਜ਼ਾ ਲਾਓ ਵੀ ਇੰਨਾ ਕੁਛ 1 ਟਨ ਬਾਲਿਆ ਅਸੀਂ, ਤੇ ਟਨਾਂ ਦੇ ਟਨ ਬਲ ਰਹੇ ਹਾਂ ਡੇਲੀ, ਤੇ ਇਹਦਾ ਪ੍ਰਭਾਵ ਕਿੰਨੇ ਸਾਲਾਂ ਤੱਕ ਰਹਿਣਾ ਇਹ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ। ਤਾਂ ਇਸ ਕਰਕੇ ਇਸ ਨੂੰ ਬਿਲਕੁਲ ਵੀ ਇਗਨੋਰ ਨਹੀਂ ਕਰ ਸਕਦੇ ਅਸੀਂ। ਇਹ ਐਵੇਂ ਨਹੀਂ ਡਾਟੇ ਬਣਦੇ ਹੈਗੇ, ਵਿਗਿਆਨੀ ਪੂਰਾ ਘੋਕ ਕੇ ਪੂਰਾ ਮੇਜਰਮੈਂਟ ਕਰਕੇ ਸਾਨੂੰ ਦਿੰਦੇ ਆ ਵੀ ਇੰਨੀ ਚੀਜ਼ ਦੇ ਵਿੱਚੋਂ ਆਹ ਕੁਛ ਨਿਕਲ ਰਿਹਾ ਭਾਈ, ਹੁਣ ਤੁਸੀਂ ਇਹਦਾ ਇਲਾਜ ਕਰ ਲਓ। ਜੇ ਨਹੀਂ ਕੀਤਾ ਤਾਂ ਆਉਣ ਵਾਲੇ 5-10 ਸਾਲਾਂ ਦੇ, ਹੁਣ ਅਸੀਂ ਇੰਨਾ ਜ਼ਿਆਦਾ ਕਿਉਂ ਜਾਗਰੂਕ ਕਰ ਰਹੇ ਹਾਂ? ਕਾਰਨ ਕੀ ਹੈ ਵੀ ਆ ਜੀ, ਅਸੀਂ ਹੈਡਰ ਜਿਹੜੇ ਹੈਪੀ ਸੀਡਰ, ਫਿਰ ਸੁਪਰ ਸੀਡਰ ਆ ਗਏ ਸਾਡੇ ਕੋਲ, ਹੈ ਨਾ ਜੀ, ਵੀ ਇਹ ਸਾਰੇ ਮੁਹੱਈਆ ਕਰਵਾਏ ਜਾ ਰਹੇ ਆ ਵੀ ਇਹਨਾਂ ਨੂੰ ਅਸੀਂ ਵਰਤ ਕੇ ਜਿਹੜੀ ਰਹਿੰਦ ਖੂੰਹਦ ਆ ਉਹਨੂੰ ਛੋਟੇ ਛੋਟੇ ਟੁਕੜਿਆਂ 'ਚ ਕੱਟ ਲਈਏ। ਉਹ ਕੱਟ ਦਿੰਦਾ ਸੀਡਰ, ਇਸ ਤਰ੍ਹਾਂ ਦਾ ਬਣਾਇਆ ਸੀ, ਫਿਰ ਉਹਨੂੰ ਉਹਦੇ ਵਿੱਚ ਹੀ ਮਿਲਾ ਕੇ ਉਸ ਦੇ ਵਿੱਚ ਅਸੀਂ ਜਿਹੜਾ ਆਲੂ ਬੀਜਣ ਦੀ ਤਿਆਰੀ ਕਰ ਲਈ ਹੈਗੀ ਹੈ, ਠੀਕ ਹੈ ਨੀ। ਸੁਪਰ ਸੀਡਰ ਨਰਮ ਕਰਦੀ ਹੈ, ਉਹਦੇ 'ਚ ਆਕਸੀਜਨ ਗੁਜ਼ਰਦੀ ਹੈ, ਤਾਂ ਹੋਰ ਦੀ ਪ੍ਰੋਡਕਟਿਵਿਟੀ ਵੱਧਦੀ ਹੈ ਜੀ, ਬਿਲਕੁਲ। ਹੁਣ ਦੇਖੋ, ਸਾਡਾ ਭਾਰਤੀ ਖੇਤੀ ਖੋਜ ਸੰਸਥਾਨ ਹੈ, ਸਾਡੀ ਆਪਣੀ ਸੰਸਥਾ ਹੈ ਭਾਰਤ ਦੀ, ਤਾਂ ਭਾਰਤ ਦੇ ਵਿੱਚ ਕੋਈ ਇਹ ਨਹੀਂ ਹੈਗਾ ਵੀ ਕੋਈ ਲਿਆਕਤ ਦੀ ਕਮੀ ਹੈ। ਤੇ ਇਹਨਾਂ ਨੇ ਇੱਕ ਜਿਹੜਾ ਹੈਗਾ ਸਾਡੇ ਕੋਲ ਡੀਕੰਪੋਜ਼ਰ ਬਣਾਇਆ, ਜਿਸ ਦਾ ਨਾਮ ਰੱਖਿਆ PUSA, ਪੂਜ਼ਾ ਡੀਕੰਪੋਜ਼ਰ। ਤੇ ਪੂਜ਼ਾ ਡੀਕੰਪੋਜ਼ਰ ਇਹ ਕੈਪਸੂਲ ਬਣਾਤੇ ਹੁਣ ਸਾਡੇ ਕੋਲ ਵੀ ਇਹ ਡੀਕੰਪੋਜ਼ ਕਰ ਦਿੰਦੇ ਆ ਐਸੇ ਪਰਾਲੀ ਨੂੰ। ਜੇ ਅਸੀਂ ਉਹਦੇ ਵਿੱਚ ਆਪਣਾ ਖੇਤਾਂ ਦੇ ਵਿੱਚ ਪਾ ਦਈਏ ਨਾ ਜੀ, ਇਸ ਦੇ ਵਿੱਚ ਅਸੀਂ ਇੱਕ ਵੇਸਣ, ਇੱਕ ਗੁੜ ਤੇ 25 ਲੀਟਰ ਪਾਣੀ ਦੇ ਵਿੱਚ ਇਹ ਘੋਲ ਬਣਾ ਲੈਣਾ। ਤੇ ਫਿਰ ਉਸ ਤੋਂ ਬਾਅਦ ਇਸ ਨੂੰ ਅਸੀਂ 500 ਲੀਟਰ ਤਿਆਰ ਕਰ ਲੈਣਾ। 25 ਲੀਟਰ ਦਾ ਬਣਾਇਆ ਹੋਇਆ, 500 ਲੀਟਰ ਦਾ ਜਿਹੜਾ ਸਪਰੇਅ ਕਰ ਦੇਣਾ। ਤੇ ਉਹ ਜਿਹੜਾ ਸਾਡੇ ਕੋਲ ਇਹ ਪੂਜ਼ਾ ਡੀਕੰਪੋਜ਼ਰ ਹੈ, ਇਹ ਸਾਡਾ ਇਸ ਨੂੰ ਫੰਗਾਈ ਨੂੰ ਪੈਦਾ ਕਰਕੇ ਤਿਆਰ ਹੋਇਆ ਤੇ ਸਾਰੇ ਦੇ ਵਿੱਚ ਘੋਲ ਕੇ ਉਸ ਨੂੰ ਡੀਕੰਪੋਜ਼ ਕਰ ਦਿੰਦਾ। ਮਤਲਬ ਉਸ ਨੂੰ ਛੋਟੇ ਛੋਟੇ ਹਿੱਸਿਆਂ 'ਚ ਫਿਰ ਉਸ ਨੂੰ ਧਰਤੀ ਦੇ ਵਿੱਚ ਹੀ ਜਜ਼ਬ ਕਰ ਦਿੰਦਾ ਤੇ ਉਹਦੇ ਨਾਲ ਨਿਊਟ੍ਰੀਐਂਟਸ ਸਾਡੇ ਬਚ ਗਏ। ਹਾਂ, ਇਹਦੇ ਕੁਝ ਦਿਨ ਜ਼ਰੂਰ ਵੱਧ ਲੱਗਦੇ ਸੀਗੇ, ਲੇਕਿਨ ਹੁਣ ਵਿਗਿਆਨੀ ਇਸ ਗੱਲ ਦੇ ਵਿੱਚ ਵੀ ਲੱਗੇ ਹੋਏ ਆ ਵੀ ਜਿਹਦੇ ਇੱਥੇ ਇਹਦਾ ਸਮਾਂ ਦਿੱਤਾ ਗਿਆ ਸੀ 20 ਤੋਂ 25 ਦਿਨ, ਪਰ ਇਸ ਨੂੰ ਘਟਾ ਕੇ ਉਹਨਾਂ ਨੇ 10 ਦਿਨ ਤੱਕ ਵੀ ਲਿਆਂਦਾ। ਹੁਣ ਮਤਲਬ ਖੋਜਾਂ ਜਾਰੀ ਹੈ। ਪਰ ਜੇ ਅਸੀਂ ਇਸ ਨੂੰ ਵਰਤਾਂਗੇ ਤਾਂ ਇਸ ਦੇ ਵਰਤਣ ਦੇ ਨਾਲ ਸਾਡੇ ਕੋਲ ਇਹ ਲਾਭ ਹੋਊਗਾ ਵੀ ਘੱਟੋ ਘੱਟ ਜਿਹੜੇ ਹੈਗੇ ਸਾਡੇ ਕੋਲ NPK, ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ੀਅਮ ਵਰਗੇ ਜਿਹੜੇ ਕੁਦਰਤੀ ਤੌਰ ਤੇ ਸਾਨੂੰ ਪ੍ਰਾਪਤ ਹੋਏ ਆ, ਜਿਹੜੇ ਕਿ ਸਾਡੇ ਐ ਸਮਝੋ ਵੀ ਜੜਾਂ ਦੇ ਵਿੱਚ 78% ਹਵਾ ਦੇ ਵਿੱਚ ਨਾਈਟ੍ਰੋਜਨ ਹੈ, ਉਸੇ ਨੂੰ ਅਸੀਂ ਮਤਲਬ ਵੀ ਜਜ਼ਬ ਕਰ ਲਿਆ ਸਾਡੇ ਫਲੀਦਾਰ ਪੌਦਿਆਂ ਨੇ, ਤੇ ਉਹ ਜਿਹੜਾ ਹੈਗਾ ਉਸ ਨੂੰ ਸੰਭਾਲ ਕੇ ਰੱਖਦੇ। ਫਿਰ ਜੇ ਬਾਹਰੋਂ ਪਾਣ ਦੀ ਬਜਾਏ ਜੇ ਧਰਤੀ 'ਚੋਂ ਮਿਲ ਰਿਹਾ, ਕਿਉਂ ਨਾ ਉਹਨੂੰ ਸਾਂਭੀਏ ਵੀ। ਬਸ ਸਾਡਾ ਤਾਂ ਇਹੀ ਸੁਨੇਹਾ ਵੀ ਉਸ ਨੂੰ ਆਪਾਂ ਸੰਭਾਲਣ ਦੀ ਕੋਸ਼ਿਸ਼ ਕਰੀਏ। ਹੁਣ ਤੁਸੀਂ ਦੇਖੋ ਵੀ ਇਸ ਤਰ੍ਹਾਂ ਦੇ ਨਾਲ ਜਿਹੜੀ ਸਾਡੀ ਪਰਾਲੀ ਹੈ ਉਸ ਦੇ ਪੈਕਟ ਬਣ ਕੇ, ਹੈ ਨਾ ਜੀ, ਚੋਰਸ ਵੀ ਬਣ ਜਾਂਦੇ ਆ, ਗੋਲ ਵੀ ਬਣ ਜਾਂਦੇ, ਉਹ ਉਹਨੂੰ ਆਪਣੇ ਸੰਭਾਲਣ ਦੀ ਤਰੀਕੇ ਦੇ ਨਾਲ ਹੁਣ ਇੱਕ ਬੈਂਕ ਬਣ ਗਿਆ ਜੀ ਸਾਡਾ, ਸਟੋਰੇਜ ਪਲੇਸ ਬਣਾ ਕੇ ਅਸੀਂ ਇੱਥੇ ਸਟੋਰ ਕਰ ਲਿਆ। ਹੁਣ ਜਿੱਥੇ ਜਿੱਥੇ ਲੋੜ ਹੈ, ਜਿੰਨੇ ਇਸ ਦੇ ਮਤਲਬ ਪੈਕਟ ਸਾਨੂੰ ਲੋੜ ਹੋਣਗੇ ਉੱਥੇ ਭੇਜ ਦਾਂਗੇ। ਬੋਇਲਰਾਂ 'ਚ ਲੋੜ ਹੈ, ਕਿਤੇ ਬੋਇਲਰਾਂ 'ਚ ਇਹਨੂੰ ਬਾਲਣ ਦੇ ਤੌਰ ਤੇ ਵਰਤ ਲਿਆ ਜਾਊਗਾ, ਠੀਕ ਹੈ ਜੀ। ਇਸ ਤਰ੍ਹਾਂ ਦੇ ਨਾਲ ਜਦੋਂ ਅਸੀਂ ਇਸ ਨੂੰ ਵਰਤਾਂਗੇ ਨਾ, ਤਾਂ ਹੁਣ ਜਿਵੇਂ ਕਹਿੰਦੇ ਜੀ ਕੋਇਲੇ ਦੀ ਘਾਟ ਆ ਗਈ, ਫਿਰ ਥਰਮਲ ਪਾਵਰ ਪਲਾਂਟ ਨਹੀਂ ਚੱਲਣੇ ਹੈਗੇ ਜੀ, ਹੈ ਨਾ, ਤਾਂ ਅਲਟਰਨੇਟ ਸਾਨੂੰ ਸੋਚਣੇ ਪੈਣਗੇ। ਤਾਂ ਵਿਗਿਆਨੀ ਇਸ ਲਈ ਕਹਿੰਦੇ ਆ ਵੀ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਕੁਦਰਤੀ ਤੌਰ ਦੇ ਉੱਤੇ ਸਾਨੂੰ ਮਿਲ ਰਹੀਆਂ, ਇਹਨਾਂ ਕੁਦਰਤੀ ਤੌਰ ਦੇ ਮਿਲੀਆਂ ਹੋਈਆਂ ਚੀਜ਼ਾਂ ਨੂੰ ਹੁਣ ਦੇਖੋ ਨਾ ਜੀ, ਕੋਲਾ ਹੈ ਜਿਹੜਾ, ਉਹ ਤਾਂ ਸਾਨੂੰ ਮਤਲਬ ਵੀ ਕਿੰਨੇ 100 ਸਾਲਾਂ ਬਾਅਦ ਮਿਲਣਾ, ਤੇ ਇਹ ਹਰ 6 ਮਹੀਨੇ ਬਾਅਦ ਤਿਆਰ ਹੈ ਸਾਡੇ ਕੋਲ। ਸਹੀ ਗੱਲ ਹੈ। ਜੇ ਇਸ ਦੀ ਵਰਤੋਂ ਅਸੀਂ ਇਸ ਤਰੀਕੇ ਦੇ ਨਾਲ ਕਰ ਲਈਏ ਤਾਂ ਸਾਡੇ ਥਰਮਲ ਪਾਵਰ ਪਲਾਂਟ ਵੀ ਬੰਦ ਹੋਣੋਂ ਬਚ ਸਕਦੇ ਹਨ। ਤਾਂ ਇਹ ਸਾਨੂੰ ਹੀ ਸੋਚਣਾ ਹੈ, ਆਉਣ ਵਾਲੇ ਸਮੇਂ ਦੀ ਇਹ ਜ਼ਰੂਰਤ ਹੈ। ਇਸ ਕਰਕੇ ਸਾਨੂੰ ਇਸ ਦੇ ਬਾਰੇ, ਔਰ ਤਾਂ ਤੁਸੀਂ ਜਿਹੜਾ ਰਜਿੰਦਰ ਜੀ ਸ਼ੁਰੂ ਕੀਤੀ ਹੋਈ ਹੈ ਮੁਹਿੰਮ, ਹੈ ਨਾ ਜੀ, ਸਟੇਟ ਦੇ ਵਿੱਚ ਸਾਰੀ ਜਗ੍ਹਾ ਤੇ ਸੁਨੇਹਾ ਪਹੁੰਚਾਉਣਾ,
ਤੇ ਪਰਾਲੀ ਸੰਭਾਲ ਮੁਹਿੰਮ, ਇਹ ਮੈਂ ਤੁਹਾਨੂੰ 2020 ਦੀ ਇੱਕ ਤਸਵੀਰ ਲੈ ਕੇ ਆਇਆ। ਹੁਣ ਵੀ ਸ਼ੁਰੂ ਹੋ ਚੁੱਕੀਆਂ ਸਾਡੇ ਸਕੂਲਾਂ ਹੁਣ ਵੀ ਦੇ ਆਪਣੇ ਵਿੱਚ ਸਕੂਲਾਂ 'ਚ ਬੱਚੇ ਚੱਲ ਜਿਹੜੇ ਰਿਹਾ। ਇਸ ਨੂੰ ਹੋਰ ਵਧੀਆ ਢੰਗ ਨਾਲ ਬਿਹਤਰ ਕਿਵੇਂ ਬਣਾਇਆ ਜਾ ਸਕਦਾ? ਬੱਚਾ ਜਦੋਂ, ਕਿਉਂਕਿ ਬਹੁਤ ਵੱਡਾ ਮੈਸੇਂਜਰ ਹੈ ਸਾਡਾ, ਹਾਂ, ਹਰ ਪੇਰੈਂਟਸ ਨਾਲ ਉਹਦਾ ਲਿੰਕ ਹੈ, ਤੇ ਜਦੋਂ ਉਸ ਨੂੰ ਆਪਾਂ ਕੋਈ ਐਸੀ ਚੀਜ਼ ਕਹਿ ਕੇ ਭੇਜਾਂਗੇ ਸਕੂਲ ਤੋਂ, ਤਾਂ ਬੱਚਾ ਬਹੁਤ ਵਧੀਆ ਸਾਡਾ ਸੁਨੇਹਾ ਲੈ ਕੇ ਜਾ ਸਕਦਾ। ਰਜਿੰਦਰ ਜੀ, ਇਕੱਲਾ ਮਤਲਬ ਕਹਿ ਕੇ ਭੇਜਣ ਨਾਲ ਠੀਕ ਹੈ ਤੁਹਾਡੀ ਗੱਲ, ਪਰ ਉਸ ਨੂੰ ਇਸ ਗੱਲ ਦੇ ਲਈ ਕਨਵਿੰਸ ਕਰਾਉਣਾ ਵੀ ਉਹ ਸਹਿਮਤੀ ਕਰੇ ਵੀ ਹਾਂ ਇਹ ਮੈਂ ਸਾਇੰਸ 'ਚ ਪੜ੍ਹਿਆ ਸੀ, ਜਾਂ ਮੈਂ ਆਪਣੇ EVS এনवायरमेंट ਦੇ ਵਿਸ਼ੇ 'ਚ ਪੜ੍ਹਿਆ ਵੀ ਆਹ ਨੁਕਸਾਨ ਇਸ ਤਰ੍ਹਾਂ ਹੁੰਦਾ, ਔਰ ਮੈਂ ਦੇਖਿਆ ਵੀ ਜਦੋਂ ਇਹ ਜਿਹਾ ਸੀਜ਼ਨ ਆਉਂਦਾ ਮੇਰੀਆਂ ਅੱਖਾਂ 'ਚ ਪਾਣੀ ਵੀ ਆਉਂਦਾ, ਮੇਰੀ ਚਮੜੀ ਵੀ ਜਿਹੜੀ ਹੈ ਉਹ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਹੈ, ਤੇ ਮੈਨੂੰ ਜ਼ਿਆਦਾ ਕਰੀਮਾਂ ਲਗਾਉਣ ਦੀ ਲੋੜ ਪੈਂਦੀ ਹੈ, ਖੁਸ਼ਕੀ ਹੋ ਗਈ, ਨਮੀ ਘਟ ਗਈ। ਤਾਂ ਉਹ ਜਦੋਂ ਮਹਿਸੂਸ ਕਰੂਗਾ ਨਾ ਜੀ, ਤਾਂ ਉਹ ਜਿਹੜਾ ਮਹਿਸੂਸ ਕੀਤਾ ਹੋਇਆ ਫਿਰ ਆਪਣੇ ਘਰ ਜਾ ਕੇ ਦੱਸੂਗਾ ਉਹਨਾਂ ਨੂੰ ਵੀ ਭਾਈ ਦੇਖੋ ਆਹ ਤੁਹਾਡੀ ਚਮੜੀ ਤਾਂ ਖਰਾਬ ਹੋਈ ਹੈ, ਤਾਂ ਫਿਰ ਆਪਣੇ ਆਪ ਹੀ ਸੁਨੇਹਾ ਪਹੁੰਚ ਜਾਣਾ। ਪਰ ਸਾਨੂੰ ਜਾਗਰੂਕ ਇਸ ਤਰ੍ਹਾਂ ਕਰਨਾ ਪੈਣਾ ਵੀ ਹੁਣ ਅਸੀਂ ਕਹਿਤਾ ਵੀ ਰੁੱਖਾਂ ਨੂੰ ਨਹੀਂ ਕੱਟਣਾ ਚਾਹੀਦਾ, ਇਹ ਕਹਿਣ ਨਾਲ ਨਹੀਂ ਹੈ, ਪਰ ਇੱਕ ਰੁੱਖ ਕਿਤੇ ਕੱਟਿਆ ਹੋਇਆ ਉਹਨੂੰ ਦਿਖਾ ਤਾਂ ਦਿਓ, ਤੇ ਇੱਕ ਰੁੱਖ ਇਹੋ ਜਿਹਾ ਦਿਖਾ ਦਈਏ ਵੀ ਜਿਹਦੇ ਹੇਠਾਂ ਮਤਲਬ 100-200 ਜਾਣਾ ਬੈਠ ਕੇ ਪੜ੍ਹ ਰਿਹਾ, ਤਾਂ ਉਹਨੂੰ ਆਪਣੇ ਆਪ ਹੀ ਸਮਝ ਆ ਜਾਣੀ ਹੈ। ਸਾਨੂੰ ਮਤਲਬ ਉਸ ਦੇ ਵਿੱਚ ਸੁਨੇਹਾ ਕੀ ਹੈ, ਆਟੋਮੈਟਿਕ ਸੁਨੇਹਾ ਬਣ ਗਿਆ ਸਾਡਾ। ਤਾਂ ਅਧਿਆਪਕ ਹੈ ਜਿਹੜੇ ਇਸ ਲਈ ਬਹੁਤ ਜ਼ਿਆਦਾ ਤਨਦੇਹੀ ਦੇ ਨਾਲ ਕੰਮ ਕਰ ਰਹੇ ਹੈ, ਔਰ ਅਸੈਂਬਲੀ ਦੇ ਵਿੱਚ ਵੀ ਆਪਾਂ ਇਸ ਦੇ ਲਈ ਹੋਰ ਜਾਗਰੂਕਤਾ ਕਰੀਏ, ਹੋਰ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਮਤਲਬ ਹਫ਼ਤੇ 'ਚ ਇੱਕ ਆਪਾਂ ਇੱਕ ਬਣਾ ਲਈਏ ਵੀ ਬੱਚਿਆਂ ਨੂੰ ਇਹ ਇੱਕ 10 ਮਿੰਟ ਦਾ ਜਿਹੜਾ ਟੌਪਿਕ ਹੈ ਵੀ ਪਰਾਲੀ ਨੂੰ ਨਾ ਜਲਾਓ ਭਾਈ, ਇਹਨਾਂ ਨੂੰ ਯਾਦ ਕਰਾਉਂਦੇ ਰਹੀਏ, ਕਿਉਂਕਿ ਜਿਹੜਾ ਕਹਿੰਦੇ ਨੇ ਜੀ ਵੱਡੇ ਹੋ ਕੇ ਕਿਸਾਨ ਬਣਨਾ, ਹਾਂ ਇਹਨਾਂ ਨੇ ਅੱਗੇ ਸਾਹਮਣਾ ਸਾਡੇ ਦੇਸ਼ ਨੂੰ। ਤਾਂ ਇਸ ਕਰਕੇ ਸਾਨੂੰ ਇਹ ਬਹੁਤ ਜ਼ਿਆਦਾ ਜ਼ਰੂਰਤ ਹੈ ਵੀ ਨਹੀਂ ਤਾਂ ਧਰਤੀ ਬੰਜਰ ਬਣ ਜੂਗੀ, ਪ੍ਰਦੂਸ਼ਣ ਵੱਧਦਾ ਰਿਹਾ। ਇਹ ਇਕੱਲਾ ਪ੍ਰਦੂਸ਼ਣ ਪਰਾਲੀ ਦਾ ਨਹੀਂ ਹੈ ਭਾਈ, ਫਿਰ ਮੈਂ ਬਾਰ-ਬਾਰ ਕਹਿ ਰਿਹਾ ਹੋਰ ਵੀ ਪ੍ਰਦੂਸ਼ਣ ਸਾਡੇ ਕੋਲ ਬੜੇ ਹੈ। ਆ ਹੁਣ ਦੀਵਾਲੀ ਤੇ ਗ੍ਰੀਨ ਦੀਵਾਲੀ ਦੀ ਸਾਨੂੰ ਹਰ ਵਾਰੀ ਸੁਚੇਤ ਕੀਤਾ ਜਾਂਦਾ, ਪਰ ਅਸੀਂ ਆਹ ਦੇਖੋ ਰਜਿੰਦਰ ਜੀ, ਆਹ ਤੁਸੀਂ ਦੇਖ ਰਹੇ ਹੋ ਸਕਰੀਨ ਤੇ ਵੀ ਬੱਚਿਆਂ ਨੂੰ ਇਹ ਸੁਨੇਹਾ ਸਾਡਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ, ਵੀ ਇਹ ਜਿੱਥੋਂ ਤੁਸੀਂ ਸ਼ੁਰੂਆਤ ਕੀਤੀ ਨਾ ਜੀ ਅੱਜ ਦੇ ਪ੍ਰੋਗਰਾਮ ਦੀ, ਵੀ ਇਹ ਗੁਰੂ ਹੈ, ਇਹ ਪਿਤਾ ਹੈ, ਇਹ ਮਾਤਾ ਹੈ। ਤੇ ਹੁਣ ਜੇ ਅਸੀਂ ਇਹ ਸਮਝ ਲਈਏ ਵੀ ਜਿਹੜਾ ਸਾਡਾ ਗੁਰੂ ਹੈ ਪਵਨ ਗੁਰੂ ਹੈ ਸਾਡੀ, ਹੁਣ ਇੱਕ ਹਵਾ ਇੱਕ ਪਵਨ ਹੈ। ਹੁਣ ਪਹਿਲਾਂ ਤਾਂ ਇਹੀ ਪਤਾ ਲੱਗ ਜਾਏ ਨਾ ਬੱਚੇ ਨੂੰ ਵੀ ਹਵਾ ਕੀ ਹੈ ਤੇ ਪਵਨ ਕੀ ਹੈ, ਹੁਣ ਪਾਣੀ ਕੀ ਹੈ ਤੇ ਜਲ ਕੀ ਹੈ। ਬਸ ਇਹ ਚੀਜ਼ਾਂ ਜਦੋਂ ਉਹਨੂੰ ਸਮਝ ਆ ਗਈਆਂ ਨਾ ਜੀ, ਤਾਂ ਇਹ ਸਾਡੇ ਕੋਲ ਹੀ ਡਿਊਟੀ ਲੱਗੀ, ਆਪਣੇ ਅਧਿਆਪਕਾਂ ਕੋਲ ਡਿਊਟੀ ਹੈ। ਅਧਿਆਪਕ ਨੇ ਸਮਝਾਉਣਾ ਵੀ ਹਵਾ ਤੇ ਪਵਨ 'ਚ ਕੀ ਫਰਕ ਹੈ, ਪਾਣੀ ਤੇ ਜਲ 'ਚ ਕੀ ਫਰਕ ਹੈ। ਤੋ ਇਸ ਕਰਕੇ ਧਰਤੀ ਨੂੰ ਮਾਤਾ ਕਹਿਣਾ ਕਿਉਂ ਮਾਤਾ ਕਿਹਾ ਗਿਆ ਹੈ, ਮਾਤਾ ਕੀ ਕਰਦੀ ਹੈ ਸਾਡੀ। ਉਹ ਕਿਸੇ ਐ ਸੋਚਿਆ ਵੀ ਮਾਤਾ ਨੂੰ ਹੀ ਦੁਖੀ ਕਰਨ ਲੱਗ ਜਾਂਗੇ ਅਸੀਂ ਮਾਤਾ ਜਿਹੜੀ ਸਾਨੂੰ ਭੋਜਨ ਦੇ ਰਹੀ ਹੈ, ਸਾਨੂੰ ਫਲ ਦੇ ਰਹੀ ਹੈ, ਸਾਨੂੰ ਦਾਣੇ ਦੇ ਰਹੀ ਹੈ, ਫਿਰ ਉਹ ਤੋਂ ਦਾਣੇ ਲੈ ਕੇ ਅੱਗ ਲਾ ਦਾਂਗੇ? ਨਾ ਨਾ ਨਾ, ਐਦਾਂ ਅਸੀਂ ਨਹੀਂ ਕਰ ਸਕਦੇ। ਅਸੀਂ ਇਨਸਾਨ ਹਾਂ, ਮਨੁੱਖ ਹਾਂ, ਲੇਕਿਨ ਸਾਨੂੰ ਇਹ ਸੋਚਣਾ ਪੈਣਾ ਵੀ ਇਹ ਜਿਹੜਾ ਜੇ ਗੁਰੂ ਕਿਹਾ ਪਵਨ ਨੂੰ, ਪਰ ਉਹਦੇ 'ਚ ਪ੍ਰਦੂਸ਼ਣ ਨਹੀਂ ਕਰਨਾ ਹੈ। ਜੇ ਪਾਣੀ ਨੂੰ ਪਿਤਾ ਕਿਹਾ ਤਾਂ ਉਹਨੂੰ ਖਰਾਬ ਨਹੀਂ ਕਰਨਾ ਹੈ। ਜੇ ਧਰਤੀ ਨੂੰ ਮਾਤਾ ਕਿਹਾ ਤਾਂ ਫਿਰ ਮਾਤਾ ਦੇ ਵਾਂਗੂ ਉਹਨੂੰ ਪੂਜਣਾ ਹੈ, ਸਤਿਕਾਰ ਕਰਨਾ ਹੈ, ਠੀਕ ਹੈ ਨਾ। ਤਾਂ ਉਹ ਤੋਂ ਲੈਣਾ ਹੀ ਲੈਣਾ ਹੈ ਆਪਾਂ ਨੇ, ਤੇ ਉਹਨੇ ਸਾਡੇ ਤੋਂ ਕੀ ਲੈਣਾ, ਉਹਨੇ ਸਾਡੇ ਤੋਂ ਕੀ ਲੈਣਾ, ਸਤਿਕਾਰ ਲੈਣਾ। ਤਾਂ ਇਸ ਕਰਕੇ ਸਾਨੂੰ ਇਸ ਚੀਜ਼ ਦਾ ਬਹੁਤ ਜ਼ਿਆਦਾ ਖਿਆਲ ਰੱਖਣਾ ਪਊਗਾ ਕਿ ਹਰ ਮੁਹਿੰਮ ਦੇ ਵਿੱਚ ਤੁਸੀਂ ਕਹੋ ਜੀ ਬਸ ਤੁਹਾਨੂੰ ਅਧਿਆਪਕ ਤੇ ਬੱਚੇ ਦਿਖਦੇ ਆ ਹਰ ਵੇਲੇ, ਉਹ ਭਾਈ ਆਉਣ ਵਾਲੀ ਵਾਗਡੋਰ ਤੁਹਾਡੇ ਹੱਥ ਹੈ, ਤੁਸੀਂ ਨੇ ਸਾਹਮਣਾ, ਅਸੀਂ ਤਾਂ ਚਲੇ ਜਾਣਾ, ਤੁਸੀਂ ਨੇ ਸਾਹਮਣਾ ਦੇਸ਼ ਨੂੰ। ਜੇ ਤੁਹਾਨੂੰ ਨਹੀਂ ਦੱਸਾਂਗੇ ਤਾਂ ਤੁਹਾਨੂੰ ਦੱਸੂਗਾ ਕੌਣ ਫਿਰ। ਇਸ ਲਈ ਤੁਹਾਡੀਆਂ ਡਿਊਟੀਆਂ ਜ਼ਰੂਰੀ ਹੈ। ਇਸ ਲਈ ਹਰ ਬੱਚਾ ਇਸ ਗੱਲ ਨੂੰ ਆਪਣੀ ਜ਼ਿੰਮੇਵਾਰੀ ਸਮਝੇ ਔਰ ਹਰ ਇੱਕ ਜਗ੍ਹਾ ਤੇ ਟੋਕੇ ਇਸ ਗੱਲ ਦੇ ਲਈ। ਇਹ ਨਾ ਸਮਝੇ ਮੈਂ ਛੋਟਾ ਤੇ ਮੈਂ ਵੱਡੇ ਨੂੰ ਨਹੀਂ ਕਹਿ ਸਕਦਾ, ਪਰ ਜੇ ਵੱਡਾ ਇਨਸਾਨ ਤੁਹਾਡੇ ਘਰ ਦਾ ਜਾਂ ਕਿਸਾਨ ਜਾਂ ਕੋਈ ਨੇੜੇ ਤੇੜੇ ਦਾ ਰਿਸ਼ਤੇਦਾਰ ਅੱਗ ਲਾ ਰਿਹਾ ਨਾ, ਤਾਂ ਉਸ ਨੂੰ ਕਹਿਣਾ ਭਾਈ ਇੱਕ ਮੇਰੀ ਬੇਨਤੀ ਸੁਣ ਲੈ, ਵੀ ਮੈਂ ਪੜ੍ਹਿਆ ਸਕੂਲ ਦੇ ਵਿੱਚ, ਸਾਨੂੰ ਪੜ੍ਹਾਇਆ ਗਿਆ ਵੀ ਆਹ ਨੁਕਸਾਨ ਹੁੰਦੇ ਆ, ਸਾਡੀ ਸਿਹਤ ਵੀ ਜਾਊਗੀ, ਸਾਡੀ ਮਿੱਟੀ ਦੀ ਉਪਜਾਊ ਸ਼ਕਤੀ ਘਟ ਜੂਗੀ, ਸਾਡਾ ਵਾਤਾਵਰਨ ਖਰਾਬ ਹੋ ਜਾਊਗਾ, ਫਿਰ ਆਉਣ ਵਾਲੇ ਸਮੇਂ ਦੇ ਵਿੱਚ ਅੱਗੇ ਆਉਣ ਵਾਲੀਆਂ ਜਨਰੇਸ਼ਨ ਸਾਡੀਆਂ ਸਾਹ ਕਿੱਥੋਂ ਲੈਣਗੀਆਂ। ਸੋਚਿਆ ਕਦੇ? ਬਸ ਆਹ ਸੋਚਣਾ ਸੀ, ਇਹ ਸੋਚ ਕੇ ਇੱਕ ਸੁਨੇਹਾ ਲਾ ਦੇਣਾ, ਅਗਲਾ ਮੰਨੇ ਨਾ ਮੰਨੇ। ਤੁਸੀਂ ਕਹੋ ਜੀ ਨਾ ਮੰਨੇ ਕਿਉਂ? ਮੰਨੂਗਾ, ਕਿਉਂਕਿ ਜਦੋਂ ਉਸ ਨੂੰ ਇਹ ਪਤਾ ਲੱਗ ਜੂਗਾ ਵੀ ਹਾਂ ਵੀ ਮੇਰੇ ਬੱਚਿਆਂ ਦਾ ਆਉਣ ਵਾਲੇ ਸਮੇਂ 'ਚ ਕੀ ਹੋਊ, ਮੈਂ ਤਾਂ ਹੁਣ ਆਪਣਾ ਸੁਖੀ ਸੰਦੀ ਚੱਲ ਜਾਣਾ, ਕਿਉਂਕਿ ਇੱਥੇ ਆਪਾਂ ਰਹਿਣਾ ਕਿਸੇ ਨੇ ਨਹੀਂ ਹੈ। ਜਿਸ ਆਸਨ ਹਮ ਵੈਸੇ ਕਿਤੇ ਬੈਸ ਗਿਆ, ਜਿਹੜੀਆਂ ਜਗ੍ਹਾ ਤੇ ਅੱਜ ਅਸੀਂ ਬੈਠੇ ਹਾਂ ਪਤਾ ਨਹੀਂ ਕਿੰਨੇ ਕੁ ਬਹਿ ਕੇ ਚਲੇ ਗਏ। ਕਿਤੇ ਇਹ ਨਾ ਹੋਵੇ ਵੀ ਸਿਕੰਦਰ ਵਾਂਗੂ ਸਾਨੂੰ ਵੀ ਫਿਰ ਕਹਿਣਾ ਪੈ ਜੇ ਭਾਈ ਹੁਣ ਇਹਨਾਂ ਨੂੰ ਮਰੇ ਤੋਂ ਬਾਅਦ ਦੱਸ ਦਿਓ ਵੀ ਆਹ ਨੁਕਸਾਨ ਹੁੰਦਾ, ਫਿਰ ਉਹਦਾ ਕੀ ਫਾਇਦਾ ਹੋਊਗਾ। ਸਾਡੇ ਜਿਉਂਦੇ ਜੀ ਸਾਡੇ ਅਧਿਆਪਕਾਂ ਦੇ ਤੁਸੀਂ ਆਹ ਚੀਜ਼ਾਂ ਸਾਂਭੋ ਬੇਟੇ, ਵਿਦਿਆਰਥੀਓ ਇਹ ਸਾਂਭੋ,
ਤੁਸੀਂ ਸੰਭਾਲੋ ਇਸ ਮੌਕੇ ਨੂੰ, ਤੇ ਤੁਸੀਂ ਆਪਣਾ ਦੇਸ਼ ਸੰਭਾਲਣਾ ਹੈ, ਤੁਸੀਂ ਅੱਗੇ ਆਉਣਾ ਹੈ। ਇਸ ਲਈ ਤੁਸੀਂ ਹੁਣੇ ਤੋਂ ਹੀ ਇਹ ਨਹੀਂ ਸਮਝਣਾ ਵੀ ਅਸੀਂ ਛੋਟੇ ਹਾਂ, ਤੁਸੀਂ ਛੋਟੇ ਨਹੀਂ ਹੋ, ਤੁਹਾਨੂੰ ਵੱਡਾ ਅਸੀਂ ਨੇ ਕਰਨਾ ਹੈ, ਔਰ ਤੁਹਾਨੂੰ ਸਮਝ ਅਧਿਆਪਕਾਂ ਨੇ ਦੇਣੀ ਹੈ। ਅਸੀਂ ਸਾਰਿਆਂ ਨੇ ਰਲ ਮਿਲ ਕੇ ਉਪਰਾਲਾ ਕਰਨਾ ਹੈ। ਆਓ ਆਪਾਂ ਆਪਣੀ ਸਰਕਾਰ ਦਾ ਸਾਥ ਦਈਏ ਔਰ ਘਰ ਘਰ ਸੁਨੇਹਾ ਪਹੁੰਚਾ ਦਈਏ। ਡਾਕਟਰ ਸਾਹਿਬ, ਜਿਹੜਾ ਘਰ ਘਰ ਸੁਨੇਹਾ ਪਹੁੰਚਾਉਣ ਦਾ, ਮੈਂ ਅਗਰ ਤੁਹਾਡੇ ਨਾਲ ਇੱਕ ਗੱਲ ਡਿਸਕਸ ਕਰਾਂ, ਜੀ ਤੁਸੀਂ ਬਹੁਤ ਸੋਹਣਾ ਸਮਝਾ ਸਕਦੇ ਹੋ ਬੱਚਿਆਂ ਨੂੰ। ਸਾਡੇ ਕੋਲ ਸਰਕਾਰੀ ਸਕੂਲਾਂ ਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਮਿਲਾ ਕੇ, ਅਗਰ ਆਪਾਂ ਸਰਕਾਰੀ ਦੀ ਗੱਲ ਕਰ ਲਈਏ ਪਹਿਲਾਂ, ਤਾਂ ਲਗਭਗ 27 ਲੱਖ ਤੋਂ ਵੱਧ ਬੱਚੇ ਹੈ, ਤੇ 1 ਲੱਖ ਦੇ ਕਰੀਬ ਸਾਡਾ ਟੀਚਰ ਹੈ, ਉਸ ਦਾ 50,000 ਦੇ ਕਰੀਬ ਸਾਡਾ ਮਿਡ ਡੇ ਮੀਲ ਵਰਕਰ ਹੈ। ਅਗਰ 30 ਲੱਖ ਪਰਿਵਾਰ, ਰੋਜ਼ ਸਾਡੇ ਸਕੂਲਾਂ 'ਚ ਪੇਂਟਿੰਗ ਮੁਕਾਬਲੇ ਹੁੰਦੇ ਹੈ, ਰੋਜ਼ ਸਾਡੇ ਸਕੂਲਾਂ 'ਚ ਸਲੋਗਨ ਮੁਕਾਬਲੇ ਹੁੰਦੇ ਹੈ, ਵੀ ਹਰ ਬੱਚਾ ਆਪਣੇ ਜਿਹੜਾ ਉਹ ਸਲੋਗਨ ਜਾਂ ਪੇਂਟਿੰਗ ਬਣਾਈ ਹੈ ਉਸ ਨੂੰ ਸਕੂਲ 'ਚ ਅੰਦਰ ਅਲਮਾਰੀਆਂ 'ਚ ਰੱਖਣ ਦੀ ਬਜਾਏ ਉਹ ਆਪਣੀ ਦੀਵਾਰਾਂ ਦੇ ਬਾਹਰ ਲਗਾ ਦੇ। ਬਿਲਕੁਲ ਜੀ, ਬਿਲਕੁਲ। ਤਾਂ ਸਾਡਾ ਕੀ ਸੁਨੇਹਾ ਕਿੰਨਾ ਕੁ ਕਾਰਗਰ ਸਾਬਤ ਹੋ ਸਕਦਾ? ਦੇਖੋ, ਮੈਂ ਤਾਂ ਇਹ ਗੱਲ ਕਹਿਣਾ ਹੁੰਨਾ ਵੀ ਤੁਸੀਂ ਆਪਾਂ ਨੇ ਠੱਗਾਂ ਵਾਲੀ ਕਹਾਣੀ ਸੁਣੀ ਹੈ ਨਾ ਜੀ, ਵੀ ਉਹ 4 ਠੱਗ ਜਗ੍ਹਾ ਜਗ੍ਹਾ ਤੇ ਖੜ ਗਏ, ਉਹ ਕਹਿਣ ਲੱਗ ਪਏ ਵੀ ਇਹ ਤਾਂ ਗਧੇ ਦਾ ਬੱਚਾ ਚੱਕੀ ਫਿਰਦੇ ਹੋ, ਬੱਕਰੀ ਦਾ ਹੈ ਹੀ ਨਹੀਂ। ਉਹ ਮੰਨਣਾ ਪਿਆ ਉਹਨੂੰ ਫਿਰ। ਤੋ ਇਸ ਲਈ ਬਾਰ-ਬਾਰ ਸਾਨੂੰ ਇਹ ਗੱਲਾਂ ਜਿਹੜੀਆਂ ਰਿਪੀਟ ਕਰਦੇ ਰਹਿਣਾ ਪਊਗਾ। ਇਹ ਸਾਡੀ ਜ਼ਿੰਮੇਵਾਰੀ ਹੈ। ਮੈਂ ਤਾਂ ਕਹਿੰਦਾ ਹੁੰਦਾ ਵੀ ਅਸੀਂ ਤਾਂ ਚੌਕੀਦਾਰ ਹਾਂ ਭਾਈ, ਅਸੀਂ ਤਾਂ ਹੋਕਾ ਦੇਣਾ ਹੀ ਦੇਣਾ, ਅਸੀਂ ਤਾਂ ਕਹਿੰਦੇ ਹੀ ਰਹਿਣਾ ਤੁਹਾਨੂੰ, ਤੇ ਤੁਸੀਂ ਜਾਗਦੇ ਰਹੋਗੇ ਤਾਂ ਬਚਾ ਲਓਗੇ ਆਪਣੇ ਆਪ ਨੂੰ, ਨਹੀਂ ਤਾਂ ਫਿਰ ਤਬਾਹੀ ਤਾਂ ਤਿਆਰੀ ਪਈ ਹੈ। ਵਿਗਿਆਨੀਆਂ ਨੇ ਦੱਸਤਾ ਹੋਇਆ, ਵਿਗਿਆਨੀ ਪ੍ਰੈਡਿਕਟ ਕਰਦੇ ਆ ਹੁਣ ਇਸ ਚੀਜ਼ਾਂ ਨੂੰ, ਵਿਗਿਆਨੀ ਦੱਸ ਰਹੇ ਆ ਵੀ ਆਉਣ ਵਾਲੇ ਸਾਲਾਂ ਦੇ ਵਿੱਚ ਸਾਡਾ ਕੀ ਹਾਲ ਹੋਣ ਵਾਲਾ। ਤੋ ਇਸ ਕਰਕੇ ਮੈਂ ਇੱਥੇ ਤੁਹਾਡਾ ਸਾਰਿਆਂ ਦਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਧੰਨਵਾਦ ਕਰਦਾ ਕਿ ਸਾਡੇ ਜਿਹੜਾ ਸਾਡਾ ਡਿਪਾਰਟਮੈਂਟ ਹੈ, ਸਿੱਖਿਆ ਵਿਭਾਗ ਹੈ, ਉਸ ਦਾ ਧੰਨਵਾਦ ਹੈ ਕਿ ਉਹਨਾਂ ਨੇ ਇੱਕ ਬਹੁਤ ਹੀ ਜਿਹੜਾ ਹੈਗਾ ਐਸਾ ਮੁੱਦਾ ਛੋਇਆ। ਰਜਿੰਦਰ ਜੀ, ਤੁਹਾਡਾ ਵੀ ਧੰਨਵਾਦ ਕਿ ਤੁਸੀਂ ਅੱਜ ਸਾਡੇ ਨਾਲ ਜੁੜੇ ਰਹੇ ਹੋ। ਮੈਂ ਫਿਰ ਇੱਕ ਵਾਰੀ ਅੰਤ ਦੇ ਵਿੱਚ ਡਾਕਟਰ ਜਸਵਿੰਦਰ ਜੀ ਦਾ, ਇਹਨੇ ਬਹੁਤ ਮਿੱਠੀ ਭਾਸ਼ਾ ਨਾਲ, ਮਿੱਠੇ ਸ਼ਬਦਾਂ ਨਾਲ ਸਾਡੇ ਵਿਦਿਆਰਥੀਆਂ ਨੂੰ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ, ਤੇ ਮੈਂ ਵਿਭਾਗ ਵੱਲੋਂ ਤੇ ਸਮੂਹ ਅਧਿਆਪਕਾਂ ਵੱਲੋਂ, ਤੁਹਾਡੇ ਸਕੂਲ ਮੁਖੀਆਂ ਵੱਲੋਂ, ਬੱਚਿਆਂ ਵੱਲੋਂ ਡਾਕਟਰ ਸਾਹਿਬ ਦਾ ਧੰਨਵਾਦ ਕਰਦਾ, ਤੇ ਆਸ ਕਰਦਾ ਆਉਣ ਵਾਲੇ ਸਮੇਂ ਦੇ ਵਿੱਚ, ਜਿਵੇਂ ਪਿਛਲੇ 15 ਸਾਲਾਂ ਤੋਂ ਲਗਾਤਾਰ ਐਜੂਸੈਟ ਤੇ ਸੇਵਾ ਨਿਭਾ ਰਹੇ ਹੈ, ਸੈਂਕੜੇ ਲੈਕਚਰ ਕਰ ਚੁੱਕੇ ਹੈ, ਤੇ ਲੱਖਾਂ ਬੱਚਿਆਂ ਨੂੰ ਆਪਣੇ ਜਿਹੜੀ ਹੈ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦੇ ਚੁੱਕੇ ਹੈ। ਅੱਗੇ ਇਸ ਤਰ੍ਹਾਂ ਤੁਸੀਂ ਸਾਨੂੰ ਆਸ਼ੀਰਵਾਦ ਦਿੰਦੇ ਰਹੋਗੇ। ਤੇ ਮੇਰੀ ਬੇਨਤੀ ਹੈ ਸਾਰਿਆਂ ਨੂੰ ਕਿ ਜਿਹੜੀ ਵੀ ਤੁਸੀਂ ਕੋਈ ਪੇਂਟਿੰਗ ਤਿਆਰ ਕਰਦੇ ਹੋ, ਸਕੂਲ 'ਚ ਨਾ ਰੱਖ ਕੇ, ਜਿਹੜੀ ਵੀ ਪਰਾਲੀ ਜਾਲਣ ਦੀ ਕੋਈ ਵੀ ਸੁਨੇਹਾ ਦੇ ਰਹੇ ਹੋ, ਆਪਣੇ ਦਰਵਾਜ਼ੇ ਦੇ ਬਾਹਰ ਲਗਾਓ, ਤੇ ਉਸ ਦੇ ਨੀਚੇ ਲਿਖੋ ਕਿ ਮੈਂ ਸਹੀ ਲਿਖਿਆ, ਕਿ ਮੈਂ ਸਹੀ ਪੇਂਟਿੰਗ ਬਣਾਈ, ਆਪਣਾ ਸੁਝਾਅ ਦਿਓ। ਜੋ ਲਿਖ ਕੇ ਜਾ ਰਿਹਾ ਵੀ ਹਾਂਜੀ ਤੁਸੀਂ ਗਲਤ ਕੀਤਾ ਹੈ, ਤਾਂ ਉਹ ਵੀ ਗੱਲ ਤੁਸੀਂ ਨੋਟ ਕਰੋ, ਤੇ ਜੇ ਲਿਖਿਆ ਹੈ ਕਿ ਸਹੀ ਕੀਤਾ ਹੈ ਤਾਂ ਤੁਹਾਡੀ ਬਹੁਤ ਵਧੀਆ। ਬਹੁਤ ਬਹੁਤ ਧੰਨਵਾਦ।